वर्ल्ड रनाउंड सिंगर सिद्धू मूसेवाला ਨੂੰ ਮਰਡਰ ਕਰ ਦਿੱਤਾ ਜਾਂਦਾ ਹੈ। ਇੱਕ ਵੱਡੀ ਪਰਸਨੈਲਿਟੀ ਸੀ ਸਿੰਗਿੰਗ ਵਰਲਡ ਦੇ ਵਿੱਚ, ਦੇਸ਼ ਦੁਨੀਆ 'ਚ ਨਾਮ ਸੀਗਾ ਔਰ ਇਸ ਕਿਲਿੰਗ ਦੇ ਨਾਲ ਪੰਜਾਬ ਦੀ ਲਾਅ ਐਂਡ ਆਰਡਰ ਤੇ ਸਵਾਲ ਚੁੱਕੇ ਗਏ ਔਰ ਕਾਫੀ ਤਰ੍ਹਾਂ ਦੀ ਇਸ਼ੂਜ਼ ਰੇਜ਼ ਅਪ ਹੋਏ ਪੰਜਾਬ ਦੀ ਸਿਕਿਉਰਿਟੀ ਨੂੰ ਲੈ ਕੇ। कई पुलिस एजेंसीज़ ने ये इन्वेस्टिगेशन की, कई चीज़ा राउंड अप की, कई चीज़ा रिकवर की, लेकिन अज ABP साझा ते जिहड़ी तुसीं इन्वेस्टिगेशन रिपोर्ट देखोगे इस पूरे मूसेवाला मर्डर केस के नाल रिलेटेड तुसीं इदां दी रिपोर्ट ना देखी होएगी ना इस तो पहले सुनी होगी। इन्नी डिटेल्ड इन्वेस्टिगेशन हुई है। सो अगला आधा घंटा तुसीं प्लीज़ अपने टेलीविजन स्क्रीन से ग्लूड रहना और सुनना कि किस तरह इस पूरे मूसेवाला मर्डर केस नूं एग्जीक्यूट किया गया, प्लान किया गया और पूरी कहानी का मोटिव की सी। मेरे नाल ने ABP साझा के एडिटर मिस्टर जोगिंदर पटियाल। सर, एक किलिंग हुई सिद्धू मूसेवाला दी जिस तो बाद बहुत ज़्यादा रौला पिया देश दे विच पिया, वर्ल्ड ओवर इहनूं देखा गया बड़ा हाई इंपैक्ट सीगा। लेकिन क्योंकि डिटेल्ड इन्वेस्टिगेशन तुसीं कीती है इस पूरे केस नूं लैके, पहले दसो भी इस पूरे केस का मूसेवाला मर्डर का मोटिव की सी, क्यों ये मर्डर होया? ਅਸੀਂ ਜਿਹੜਾ ਪੂਰੇ ਮਰਡਰ ਕੇਸ ਅੱਜ ਅਸੀਂ ਖੁਲਾਸਾ ਕਰਨ ਜਾ ਰਹੇ ਹਾਂ ਉਹ ਪੂਰਾ ਪਲਾਨ ਹੈ। ਲਾਰੈਂਸ ਬਿਸ਼ਨੋਈ ਦਾ ਪੂਰਾ ਪਲਾਨ ਕੀ ਸੀ? ਪਿਛਲੇ 15 ਦਿਨਾਂ ਚੋਂ ਸਾਡੀ ਇਨਵੈਸਟੀਗੇਸ਼ਨ ਔਰ ਜਿੰਨੇ ਅਫਸਰਾਂ ਨਾਲ ਅਸੀਂ ਤਾਲੁਕਾਤ ਰੱਖ ਸਕਦੇ ਸੀਗੇ, ਜਿੰਨੇ ਬੰਦਿਆਂ ਦੇ ਕੋਲ ਅਸੀਂ ਜਾ ਸਕਦੇ ਸੀ, ਉਹ तमाम ਚੀਜ਼ਾਂ ਦੀ ਪੜਤਾਲ ਕਰਨ ਤੋਂ ਬਾਅਦ, ਚਾਹੇ ਉਹ ਦਿੱਲੀ ਦੇ ਹੋਣ, ਚਾਹੇ ਉਹ ਪੰਜਾਬ ਦੇ ਹੋਣ, ਚਾਹੇ ਉਹ ਦੂਜੀ ਸਟੇਟ ਦੇ ਹੋਣ, ਉਹਦੇ ਤੋਂ ਬਾਅਦ ਅਸੀਂ ਪੂਰਾ ਲਾਰੈਂਸ ਬਿਸ਼ਨੋਈ ਦਾ ਪੂਰਾ ਪਲਾਨ ਕੀ ਸੀ, सिद्धू मूसेवाला ਨੂੰ ਕਿਉਂ ਮਾਰਿਆ ਗਿਆ, ਕਿੱਦਾਂ ਮਾਰਿਆ ਗਿਆ, ਕਿਨੇ ਕਿਨੇ ਮਾਰਿਆ, ਕਦੋਂ ਇਹਦੀ ਪਲੈਨਿੰਗ ਹੋਈ, ਕਿੱਦਾਂ ਇਹਦੀ ਪਲੈਨਿੰਗ ਹੋਈ, ਕੌਣ ਲੋਕ ਇਸਤੇਮਾਲ ਕੀਤੇ। ਮੇਰੇ ਖਿਆਲ ਇਸ ਤਰ੍ਹਾਂ ਦੀ ਕੋਈ ਵੀ ਰਿਪੋਰਟ ਤੁਸੀਂ ਅੱਜ ਤੋਂ ਪਹਿਲਾਂ ਪਿਛਲੇ 29 ਮਈ ਤੋਂ ਲੈ ਕੇ ਹੁਣ ਤੱਕ ਇਹ ਨਹੀਂ ਦੇਖੀ ਹੋਣੀ ਹੈ। ਇਹ ਰਿਪੋਰਟ ਦੱਸਾਂਗੇ। ਤੁਸੀਂ ਹੁਣ ਪੁੱਛਿਆ ਸੀ ਮੋਟਿਵ ਕੀ ਹੈ। ਮਰਡਰ ਦੇ ਵਿੱਚ ਮੋਟਿਵ ਬਹੁਤ ਇੰਪੋਰਟੈਂਟ ਹੁੰਦਾ, ਰੀਜ਼ਨ ਕੀ ਸੀ ਮੂਸੇਵਾਲਾ ਨੂੰ ਮਰਡਰ ਕਰਨ ਦਾ? ਦੇਖੋ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਮਰਡਰ ਦੀ ਪਲੈਨਿੰਗ ਜਿਹੜੀ ਸ਼ੁਰੂ ਹੋਈ ਸੀ ਉਹ ਹੋਈ ਸੀ ਅਗਸਤ 2021 ਚ ਔਰ ਉਹ ਉਦੋਂ ਸ਼ੁਰੂ ਹੋਈ ਜਦੋਂ ਮੋਹਾਲੀ ਚ ਅਕਾਲੀ ਲੀਡਰ ਔਰ ਲਾਰੈਂਸ ਬਿਸ਼ਨੋਈ ਦੇ ਪੁਰਾਣੇ ਦੋਸਤ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਸੀ। ਉਦੋਂ ਇਹ ਪਲੈਨਿੰਗ ਸ਼ੁਰੂ ਹੋਈ ਸੀ। ਔਰ ਕਿਉਂ ਸ਼ੁਰੂ ਹੋਈ? ਕਿਉਂਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਇਹ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਦੇ ਬੰਬੀਹਾ ਗਰੁੱਪ ਦੇ ਨਾਲ ਲਿੰਕਸ ਹੈ ਔਰ ਲਾਰੈਂਸ ਬਿਸ਼ਨੋਈ ਔਰ ਉਹਦੇ ਜਿੰਨੇ ਵੀ ਸ਼ੂਟਰ ਸੀਗੇ ਔਰ ਜਿੰਨੇ ਉਹਨਾਂ ਦੇ ਗੁਰਗੇ ਸੀ, ਉਹਨਾਂ ਨੇ ਇਹ ਡਿਸਾਈਡ ਕਰ ਲਿਆ ਕਿ ਸਿੱਧੂ ਮੂਸੇਵਾਲਾ ਬੰਬੀਹਾ ਗਰੁੱਪ ਨਾਲ ਮਿਲਿਆ ਹੋਇਆ ਔਰ ਬੰਬੀਹਾ ਗਰੁੱਪ ਵੱਡੀ ਕਿਲਿੰਗਸ ਕਰਕੇ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਡਾਊਨ ਦਿਖਾਣਾ ਚਾਹੁੰਦਾ ਹੈ। ਸਿੱਧੂ ਮੂਸੇਵਾਲਾ ਦਾ ਕਨੈਕਸ਼ਨ ਹੈ ਬੰਬੀਹਾ ਗਰੁੱਪ ਨਾਲ। ਇਹਦੀ ਸਭ ਤੋਂ ਵੱਡੀ ਧਾਰਨਾ ਲਾਰੈਂਸ ਬਿਸ਼ਨੋਈ ਕੋਲ ਕੀ ਸੀਗੀ? ਉਹ ਇਹ ਸੀਗੀ ਕਿ ਜਦੋਂ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਮੋਹਾਲੀ 'ਚ, ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ, ਉਦੋਂ ਸ਼ਗਨਪ੍ਰੀਤ ਨਾਮ ਦਾ ਇੱਕ ਕਰੈਕਟਰ ਸਾਹਮਣੇ ਆਇਆ। ਸ਼ਗਨਪ੍ਰੀਤ ਮੈਨੇਜਰ ਸੀ ਸਿੱਧੂ ਮੂਸੇਵਾਲਾ ਦਾ ਔਰ ਸਿੱਧੂ ਮੂਸੇਵਾਲਾ ਦੇ ਮੈਨੇਜਰ ਤੇ ਇਹ ਇਲਜ਼ਾਮ ਹੈ ਔਰ ਇੰਟਰੋਗੇਸ਼ਨ 'ਚ ਇਹ ਗੱਲ ਸਾਫ਼ ਸਾਹਮਣੇ ਆਈ ਹੈ ਕਿ ਸ਼ਗਨਪ੍ਰੀਤ ਨੇ ਵਿੱਕੀ ਮਿੱਡੂ ਖੇੜਾ ਦੀ ਰੈਕੀ ਕਰਨ ਲਈ ਨਾ ਸਿਰਫ ਆਪਣਾ ਸਿਸਟਮ ਯੂਜ਼ ਕੀਤਾ, ਬਲਕਿ ਸ਼ਗਨਪ੍ਰੀਤ ਨੇ ਜਿਹੜਾ ਸ਼ੂਟਰ ਸੀ ਉਹਨੂੰ ਖਰੜ 'ਚ ਇੱਕ ਜਗ੍ਹਾ ਦਿਲਵਾਈ, ਉਸ ਜਗ੍ਹਾ 'ਚ ਰੱਖਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਲਿੰਗ ਕੀਤੀ। ਕਿਉਂਕਿ ਲਾਰੈਂਸ ਇਸ ਗੱਲ ਤੋਂ ਖਾਸਾ ਨਾਰਾਜ਼ ਹੋਇਆ ਕਿ ਉਹਦਾ ਜਿਹੜਾ ਨਾਲ ਪੜਨ ਵਾਲਾ ਬੰਦਾ ਸੀ, ਜਿਹਨੇ ਉਹਨੂੰ ਸਟੂਡੈਂਟ ਪੋਲਿਟਿਕਸ 'ਚ ਪਾਇਆ, ਉਸ ਬੰਦੇ ਨੂੰ ਸ਼ਗਨਪ੍ਰੀਤ ਨੇ ਰੈਕੀ ਕਰਕੇ ਔਰ ਸ਼ੂਟਰਾਂ ਨੂੰ ਪਨਾਹ ਦੇ ਕੇ ਮਰਵਾਇਆ। ਤੇ ਇਹਦੇ ਪਿੱਛੇ ਜ਼ਰੂਰ ਸਿੱਧੂ ਮੂਸੇਵਾਲਾ ਹੈ, ਕਿਉਂਕਿ ਸ਼ਗਨਪ੍ਰੀਤ ਦੀ ਪਹਿਚਾਣ ਕੀ ਸੀ? ਸਿੱਧੂ ਮੂਸੇਵਾਲਾ ਸੀ। ਇਸ ਕਰਕੇ ਅਗਸਤ 2021 ਤੋਂ ਲਾਰੈਂਸ ਗਰੁੱਪ ਨੇ ਵਿੱਕੀ ਮਿੱਡੂ ਖੇੜਾ ਦੀ ਮੌਤ ਤੋਂ ਬਾਅਦ ਇਹ ਪਲਾਨਿੰਗ ਸ਼ੁਰੂ ਕਰਤੀ ਸੀ ਕਿ ਇਸ ਕਿਲਿੰਗ ਦਾ ਬਦਲਾ ਲੈਣਾ ਹੈ ਔਰ ਸਿੱਧੂ ਮੂਸੇਵਾਲਾ ਤੋਂ ਲੈਣਾ ਹੈ। ਕਿਉਂਕਿ ਸਿੱਧੂ ਮੂਸੇਵਾਲਾ ਦੇ ਮੈਨੇਜਰ ਨੇ ਇਸ ਮਰਡਰ ਕੇਸ 'ਚ, ਵਿੱਕੀ ਮਿੱਡੂ ਖੇੜਾ ਦੇ ਮਰਡਰ ਕੇਸ 'ਚ ਰੋਲ ਅਦਾ ਕੀਤਾ ਹੈ। ਇਸ ਕਰਕੇ ਇਹ ਇੱਕ ਰੀਜ਼ਨ ਸੀ। ਦੂਜੀ ਵਜ੍ਹਾ ਕੀ ਸੀ? ਲਾਰੈਂਸ ਗਰੁੱਪ ਨੂੰ ਇਹ ਲੱਗਦਾ ਸੀਗਾ ਕਿ ਚਾਹੇ ਸੁਖਪ੍ਰੀਤ ਬੁੱਢਾ ਹੋਏ, ਲੱਕੀ ਪਟਿਆਲ ਹੋਏ, ਬੰਬੀਹਾ ਗਰੁੱਪ ਨਾਲ ਜੁੜੇ ਜਿੰਨੇ ਵੀ ਗੈਂਗਸਟਰ ਹੈ, ਸਿੱਧੂ ਮੂਸੇਵਾਲਾ ਉਹਨਾਂ ਦੇ ਟੱਚ 'ਚ ਹੈ। ਔਰ ਇਹਦੀ ਇੱਕ ਉਹਨਾਂ ਨੇ ਇਹ ਵੀ ਗੱਲ ਖੁਲਾਸਾ ਕੀਤਾ ਹੈ ਦਿੱਲੀ ਪੁਲਿਸ ਦੀ ਕਸਟਡੀ 'ਚ ਕਿ ਕੈਨੇਡਾ 'ਚ ਪੰਜਾਬੀ ਸਿੰਗਰ ਕਰਨ ਔਜਲਾ ਦੇ ਘਰ ਤੇ ਕੈਨੇਡਾ 'ਚ ਫਾਇਰਿੰਗ ਹੋਈ ਸੀ ਕੁਝ ਸਾਲ ਪਹਿਲਾਂ। ਇਹ ਲਾਰੈਂਸ ਬਿਸ਼ਨੋਈ ਗਰੁੱਪ ਦਾ ਇਹ ਮੰਨਣਾ ਹੈ ਕਿ ਉਹ ਵੀ ਬੰਬੀਹਾ ਗਰੁੱਪ ਨੇ ਕੀਤੀ ਸੀ ਔਰ ਕਿਉਂਕਿ ਕਰਨ ਔਜਲਾ ਦੀ ਔਰ ਸਿੱਧੂ ਮੂਸੇਵਾਲਾ ਦੀ ਆਪਸ 'ਚ ਨਹੀਂ ਬੰਦੀ ਸੀ, ਇਹਨਾਂ ਦੇ ਰਿਸ਼ਤੇ ਅੱਛੇ ਨਹੀਂ ਸੀਗੇ, ਇਸ ਕਰਕੇ ਉਹ ਫਾਇਰਿੰਗ ਕਰਨ ਔਜਲਾ ਨੂੰ ਡਰਾਉਣ ਲਈ ਕਰਾਈ ਗਈ। ਨੰਬਰ 1। ਨੰਬਰ 2, ਬੱਬੂ ਮਾਨ ਦਾ ਨਾਮ ਵੀ ਵਿੱਚ ਆਇਆ ਇੰਟਰੋਗੇਸ਼ਨ 'ਚ। ਬੱਬੂ ਮਾਨ ਦੇ ਬਾਰੇ ਇਹ ਦੱਸਿਆ ਲਾਰੈਂਸ ਨੇ, ਜੋ ਦਿੱਲੀ ਪੁਲਿਸ ਦੀ ਇੰਟਰੋਗੇਸ਼ਨ ਹੋਈ ਹੈ, ਇੰਨੀ ਲੰਬੀ ਜਾਂਚ ਚੱਲ ਰਹੀ ਹੈ ਔਰ ਜੋ ਗੱਲ ਮੇਰੇ ਤੱਕ ਨਿਕਲ ਕੇ ਆਈ ਕਿ ਬੱਬੂ ਮਾਨ ਨੂੰ ਵੀ ਥ੍ਰੈਟ ਕੀਤਾ ਗਿਆ ਸੀ ਬੰਬੀਹਾ ਗਰੁੱਪ ਦੀ ਤਰਫ ਤੇ ਔਰ ਇੱਕ ਕੋਈ ਅੜਬ ਗਾਣਾ ਆਇਆ ਸੀ, ਉਹਦੇ ਲਈ ਇਹ ਥ੍ਰੈਟ ਕੀਤਾ ਗਿਆ ਸੀਗਾ ਕਿ ਬੱਬੂ ਮਾਨ ਉਸ ਗਾਣੇ 'ਚ ਪਰਫਾਰਮ ਕਰੇ।
ਯਾਨੀ ਲਾਰੈਂਸ ਗਰੁੱਪ ਨੂੰ ਹੁਣ ਦੋ ਸ਼ੱਕ ਹੋਏ ਕਿ ਜਿਹੜੇ ਸਿੰਗਰ ਉਹਨਾਂ ਨੂੰ ਪਸੰਦ ਹੈ, ਚਾਹੇ ਉਹ ਕਰਨ ਔਜਲਾ ਹੋਏ ਚਾਹੇ ਉਹ ਬੱਬੂ ਮਾਨ ਹੋਏ, ਕਿਉਂਕਿ ਕਲਾਕਾਰ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਆ, ਵੀ ਉਹਨਾਂ ਨੂੰ ਜੋ ਤੰਗ ਕਰਵਾਇਆ ਜਾ ਰਿਹਾ ਹੈ ਇਹ ਡੈਲੀਬਰੇਟਲੀ ਤੰਗ ਕਰਵਾ ਰਿਹਾ ਹੈ ਸਿੱਧੂ ਮੂਸੇਵਾਲਾ। ਕਿਉਂਕਿ ਵਿੱਕੀ ਦੇ ਮਰਡਰ ਤੋਂ ਬਾਅਦ ਇਹ ਗੱਲ ਸਾਬਿਤ ਹੋ ਗਈ ਕਿ ਸ਼ਗਨਪ੍ਰੀਤ ਦਾ ਕੀ ਰਿਸ਼ਤਾ ਸੀ ਉਹਨਾਂ ਸ਼ੂਟਰਸ ਦੇ ਨਾਲ, ਔਰ ਸ਼ਗਨਪ੍ਰੀਤ ਪਹਿਲੇ ਦੁਬਈ ਜਾਂਦਾ ਹੈ ਔਰ ਉਸ ਤੋਂ ਬਾਅਦ ਵਿਦੇਸ਼ ਭੱਜ ਜਾਂਦਾ ਹੈ, ਕੋਈ ਕਹਿੰਦਾ ਹੈ ਕਿ ਆਸਟ੍ਰੇਲੀਆ ਚਲਾ ਗਿਆ, ਕੋਈ ਕਿੱਥੇ ਚਲਾ ਗਿਆ। ਸੋ ਸਵਾਲ ਇਹ ਹੈ ਕਿ ਸ਼ਗਨਪ੍ਰੀਤ ਅਚਾਨਕ ਸਿੱਧੂ ਮੂਸੇਵਾਲਾ ਨੂੰ ਛੱਡ ਕੇ ਅਗਰ ਉਹਦੀ ਕੋਈ ਕਸੂਰ ਨਹੀਂ ਸੀਗਾ ਤਾਂ ਉਹ ਬਾਹਰ ਕਿਉਂ ਚਲਾ ਗਿਆ। ਸੋ ਲਾਰੈਂਸ ਬਿਸ਼ਨੋਈ ਨੇ ਇਹਨਾਂ 3-4 ਇੰਸਟੈਂਸ ਨੂੰ ਦੇਖਦੇ ਹੋਏ, ਔਰ ਉਹਦੇ ਚ ਸਭ ਤੋਂ ਬਰਨਿੰਗ ਪੁਆਇੰਟ ਸੀ ਵਿੱਕੀ ਮਿੱਡੂ ਖੇੜਾ ਦਾ ਕਤਲ, ਉਸ ਕਤਲ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਰਚੀ, ਔਰ ਇਹ ਅਗਸਤ 2021 ਤੋਂ ਪਲਾਨਿੰਗ ਸ਼ੁਰੂ ਹੋ ਗਈ ਸੀ। ਸੋ ਮੇਜਰ ਟ੍ਰਿਗਰ ਪੁਆਇੰਟ ਜਿਹੜਾ ਸੀਗਾ ਉਹ ਵਿੱਕੀ ਮਿੱਡੂ ਖੇੜਾ ਦੀ ਜਿਹੜਾ ਮਰਡਰ ਹੋਇਆ, ਬ੍ਰੇਜ਼ਨ ਮਰਡਰ ਸੀ ਮੋਹਾਲੀ ਦੇ ਵਿੱਚ, ਬ੍ਰੌਡ ਡੇ ਲਾਈਟ ਦੇ ਵਿੱਚ ਗੋਲੀਆਂ ਮਾਰਤੀਆਂ ਗਈਆਂ ਸੀ। ਲੇਕਿਨ ਸਰ ਇਹ ਜਿਹੜੀ ਤੁਸੀਂ ਇਨਵੈਸਟੀਗੇਸ਼ਨ ਕੀਤੀ ਹੈ, ਜਦੋਂ ਤੁਸੀਂ ਮੋਟਿਵ ਦੱਸ ਰਹੇ ਹੋ, ਇਹ 'ਚ ਕਨਵਿੰਸ ਹੋ ਗਿਆ ਸੀ ਲਾਰੈਂਸ ਬਿਸ਼ਨੋਈ, ਵੀ ਕਨਵਿੰਸ ਹੋ ਗਿਆ ਸੀ ਕਿ ਹਾਂ ਇਹ ਜਿਹੜੇ ਦੂਸਰੇ ਲੋਕ ਨੇ ਇਹ ਉਹਨਾਂ ਨਾਲ ਬੰਬੀਹਾ ਗਰੁੱਪ ਨਾਲ ਮਿੰਗਲ ਕਰਦੇ ਨੇ? ਬਿਲਕੁਲ ਕਨਵਿੰਸ ਸੀਗਾ। ਕਨਵਿੰਸ ਹੀ ਨਹੀਂ ਸੀ। ਜੋ ਲਾਰੈਂਸ ਬਿਸ਼ਨੋਈ ਨੇ ਪੁਲਿਸ ਕਸਟਡੀ 'ਚ ਦੱਸਿਆ ਹੈ ਕਿ ਉਹ ਵਿੱਕੀ ਮਿੱਡੂ ਖੇੜਾ ਦੀ ਮਰਡਰ ਕੇਸ ਤੋਂ ਬਾਅਦ ਬੜਾ ਹਰਟ ਸੀ। ਦੇਖੋ ਇਹਨਾਂ 'ਚ ਕੀ ਹੁੰਦਾ ਹੈ, ਗੈਂਗਸਟਰਾਂ 'ਚ ਇੱਕ ਚੜਾਈ ਦਾ ਬੜਾ ਇਹਨਾਂ ਨੂੰ ਸ਼ੌਕ ਹੁੰਦਾ ਹੈ। ਲਾਰੈਂਸ ਬਿਸ਼ਨੋਈ ਨੂੰ ਇਹ ਲੱਗ ਰਿਹਾ ਸੀਗਾ ਕਿ ਉਹਦੇ ਜ਼ਿਆਦਾ ਗੁਰਗੇ ਕੰਮ ਕਰ ਰਹੇ ਆ ਬਾਹਰ, ਜੇਲ੍ਹ 'ਚ ਉਹਦਾ ਨੈਕਸਸ ਜ਼ਿਆਦਾ ਵੱਡਾ ਹੈਗਾ, ਲੇਕਿਨ ਬੰਬੀਹਾ ਗਰੁੱਪ ਇੱਕ ਤੋਂ ਇੱਕ ਟਾਰਗੇਟ ਕਿਲਿੰਗ ਕਰ ਰਿਹਾ ਸੀਗਾ। ਵਿੱਕੀ ਮਿੱਡੂ ਖੇੜਾ ਪਹਿਲਾ ਕੇਸ ਨਹੀਂ ਸੀਗਾ, ਇਸ ਤੋਂ ਪਹਿਲਾਂ ਇੱਕ ਹੋਰ ਮਰਡਰ ਹੋਇਆ ਸੀ। ਜੇ ਤੁਹਾਨੂੰ ਯਾਦ ਹੋਏ ਕਿ ਚੰਡੀਗੜ੍ਹ ਦੇ ਇੰਪੋਰੀਅਮ ਮਾਲ ਦੇ ਬਾਹਰ ਇੱਕ ਮਰਡਰ ਹੋਇਆ ਗੁਰਲਾਲ ਬਰਾੜ ਦਾ। ਗੁਰਲਾਲ ਬਰਾੜ ਕੌਣ ਸੀਗਾ? ਕਜ਼ਨ ਬ੍ਰਦਰ ਸੀਗਾ ਗੋਲਡੀ ਬਰਾੜ ਦਾ। ਗੋਲਡੀ ਬਰਾੜ ਦੇ ਕਜ਼ਨ ਬ੍ਰਦਰ ਦਾ ਮਰਡਰ ਕਰਨ ਤੋਂ ਬਾਅਦ ਦੁਬਾਰਾ ਇੱਕ ਹੋਰ ਮਰਡਰ ਕੀਤਾ ਵਿੱਕੀ ਮਿੱਡੂ ਖੇੜਾ ਦਾ। ਲਾਰੈਂਸ ਗਰੁੱਪ ਨੂੰ ਇਹ ਲੱਗਣ ਲੱਗਾ ਕਿ ਕਿਤੇ ਬੰਬੀਹਾ ਗਰੁੱਪ ਦੀ ਜ਼ਿਆਦਾ ਚੜਾਈ ਨਾ ਹੋ ਜਾਵੇ, ਔਰ ਅਗਰ ਉਹਨਾਂ ਨੇ ਕੋਈ ਵੱਡਾ ਕੰਮ ਨਹੀਂ ਕੀਤਾ ਤੇ ਬੰਬੀਹਾ ਗਰੁੱਪ ਉਹਨਾਂ ਤੇ ਹਾਵੀ ਹੋ ਜਾਏਗਾ। ਕੁਝ ਇਸ ਤਰ੍ਹਾਂ ਦੇ ਗਾਣੇ ਵੀ ਆਉਣ ਲੱਗੇ, ਐਕਸ਼ਨ ਰਿਐਕਸ਼ਨ ਵੀ ਆਉਣ ਲੱਗੇ ਕਿ ਲਾਰੈਂਸ ਗਰੁੱਪ ਆਪਣੇ ਆਪ ਨੂੰ ਡਾਊਨ ਮੰਨਣ ਲੱਗ ਗਿਆ। ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ, ਜਿੰਨੇ ਵੀ ਗੁਰਗੇ ਸੀ ਲਾਰੈਂਸ ਬਿਸ਼ਨੋਈ ਦੇ, ਕਿ ਅਸੀਂ ਹੁਣ ਆਪਣੇ ਕਿਸੇ ਵੀ ਦੁਸ਼ਮਣ ਤੇ ਵੱਡਾ ਐਕਸ਼ਨ ਕਰਾਂਗੇ, ਤਾਂ ਕਿ ਨਾ ਸਿਰਫ ਅਸੀਂ ਬਾਕੀ ਗੈਂਗਸਟਰਸ ਨੂੰ ਇਹ ਦਿਖਾ ਪਾਈਏ ਕਿ ਸਾਡਾ ਹੀ ਸਿੱਕਾ ਚੱਲਦਾ ਹੈ ਜੁਰਮ ਦੀ ਇਸ ਮਾੜੀ ਕਾਲੀ ਦੁਨੀਆ 'ਚ, ਬਲਕਿ ਨਾਲ ਦੇ ਨਾਲ ਅਸੀਂ ਆਪਣੇ ਜਿਹੜੇ ਦੋਸਤ ਸਾਡੇ ਮਾਰੇ ਗਏ ਆ ਉਹਨਾਂ ਦਾ ਵੀ ਬਦਲਾ ਲੈ ਪਾਈਏ। ਚਲੋ ਮੋਟਿਵ ਕਲੈਰਿਟੀ ਹੋਈ ਸਾਨੂੰ, ਹਾਂ ਵੀ 2-3 ਇੰਸਟੈਂਸ ਸੀਗੇ, ਔਰ ਖਾਸ ਕਰਕੇ ਜਿਹੜਾ ਟ੍ਰਿਗਰ ਪੁਆਇੰਟ ਸੀਗਾ ਵਿੱਕੀ ਮਿੱਡੂ ਖੇੜਾ ਦਾ ਸੀਗਾ। ਲੇਕਿਨ ਕਿਉਂਕਿ ਸਿੱਧੂ ਮੂਸੇਵਾਲਾ ਪ੍ਰੋਟੈਕਟਡ ਸੀਗੇ, ਚਾਹੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਸੀ, ਲੇਕਿਨ ਫਿਰ ਵੀ ਗਨਮੈਨ ਸੀਗੇ, ਮਤਲਬ ਚਾਹੇ ਉਹ ਪਿੰਡ ਦੇ ਵਿੱਚ ਜ਼ਿਆਦਾ ਰਹਿੰਦੇ ਸੀ, ਲੇਕਿਨ ਪਲੈਨਿੰਗ ਬੜੀ ਇੰਪੋਰਟੈਂਟ ਸੀ ਵੀ ਕਿਸ ਤਰ੍ਹਾਂ ਇਹਦੀ ਪਲੈਨਿੰਗ ਕਿਸ ਤਰ੍ਹਾਂ ਕੀਤੀ ਜਾਏਗੀ। ਕਿਉਂਕਿ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਅੰਦਰ ਸੀ, ਕੁਝ ਲੋਕਾਂ ਦੇ ਨਾਮ ਜਿਹੜੇ ਸਾਹਮਣੇ ਆ ਰਹੇ, ਪ੍ਰੋਡਕਸ਼ਨ ਵਾਰੰਟਸ ਆ ਰਹੇ, ਉਹ ਵੀ ਜੇਲ੍ਹਾਂ ਦੇ ਅੰਦਰ ਹੈ। ਸੋ ਪਲੈਨਿੰਗ ਮੂਸੇਵਾਲਾ ਦਾ ਮਰਡਰ ਦਾ ਇੱਕ ਬੜਾ ਇੰਪੋਰਟੈਂਟ ਚੈਪਟਰ ਹੈ, ਉਹ ਇਨਵੈਸਟੀਗੇਸ਼ਨ 'ਚ ਕੀ ਆਇਆ? ਬਹੁਤ ਲੰਬੀ ਕਹਾਣੀ ਹੈ। ਅਗਸਤ 2021 ਚ ਇਹਨਾਂ ਨੇ ਪਲਾਨਿੰਗ ਸ਼ੁਰੂ ਕੀਤੀ। ਪਲਾਨਿੰਗ ਦਾ ਕੋਈ ਇਹ ਜਿਹੜੇ ਸ਼ੂਟਰ ਹੁਣ ਆਏ ਸੀ ਇਹ ਇਹਨਾਂ ਨੂੰ ਹੀ ਕੰਮ ਨਹੀਂ ਦਿੱਤਾ ਗਿਆ ਸੀ। 2 ਵਾਰ ਪਹਿਲਾਂ ਪਲਾਨਿੰਗ ਸਕਸੈਸਫੁਲ ਨਹੀਂ ਰਹੀ, ਸ਼ੂਟਰ ਕੋਈ ਹੋਰ ਸੀਗੇ, ਲੇਕਿਨ ਉਹ ਜਦੋਂ ਕੰਮ ਨਹੀਂ ਹੋ ਪਾਇਆ ਤਾਂ ਇਹ ਜਿਹੜੀ ਫਾਈਨਲ ਪਲੈਨਿੰਗ ਸੀ ਇਹ ਨਵੰਬਰ 2021 ਤੋਂ ਸ਼ੁਰੂ ਹੋਈ ਸੀ। ਲੇਕਿਨ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਹੈ ਕਿ ਤਿਹਾੜ ਜੇਲ੍ਹ ਚੋਂ ਲਾਰੈਂਸ ਬਿਸ਼ਨੋਈ ਨੇ, ਮਾਸਟਰਮਾਈਂਡ ਨਹੀਂ ਹੈ, ਉਹਨੇ ਸਾਰੀ ਪਲੈਨਿੰਗ ਨੂੰ ਆਪ ਅੰਜਾਮ ਦਿੱਤਾ ਹੈ, ਟੈਲੀਫੋਨ ਦੇ ਜ਼ਰੀਏ ਅੰਜਾਮ ਦਿੱਤਾ ਹੈ। ਇੱਕ ਬੰਦਾ, ਇੱਕ ਗੁਰਗਾ, ਚਾਹੇ ਉਹ ਗੋਲਡੀ ਬਰਾੜ ਨਾਲ ਜੋੜਨਾ ਸੀਗਾ, ਚਾਹੇ ਉਹ ਆਪਣੇ ਭਰਾ ਅਨਮੋਲ ਨਾਲ ਜੋੜਨਾ ਸੀਗਾ, ਚਾਹੇ ਉਹ ਕਪੂਰਥਲਾ ਦੀ ਜੇਲ੍ਹ 'ਚ ਬੰਦ ਟੀਨੂ ਦੇ ਨਾਲ ਜੋੜਨਾ ਸੀ, ਉਹ ਕੰਮ ਲਾਰੈਂਸ ਬਿਸ਼ਨੋਈ ਨੇ ਆਪ ਕੀਤਾ ਹੈ, ਤਿਹਾੜ ਜੇਲ੍ਹ 'ਚੋਂ ਕੀਤਾ ਹੈ। ਇਹ ਤੇ ਨੰਬਰ 1 ਗੱਲ ਹੈ। ਨੰਬਰ 2, ਇਹਦੇ 'ਚ ਜਿਹੜੀ ਪਹਿਲੀ ਪਲੈਨਿੰਗ ਹੋਈ ਉਹਦੇ 'ਚ ਜੱਗੂ ਭਗਵਾਨਪੁਰੀਆ ਜਿਹੜਾ ਪੰਜਾਬ ਦਾ ਹੀ ਗੈਂਗਸਟਰ ਹੈ ਔਰ ਤਿਹਾੜ ਜੇਲ੍ਹ 'ਚ ਬੰਦ ਹੈ, ਮੰਡੋਲੀ ਜੇਲ੍ਹ 'ਚ, ਉਹ ਲਾਰੈਂਸ ਬਿਸ਼ਨੋਈ ਦੇ ਨਾਲ ਸੀ। ਯਾਨੀ ਇਹਦੇ 'ਚ ਇੱਕ ਹੋਰ ਨੈਕਸਸ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੀ ਮਰਡਰ ਦੀ ਜਦੋਂ ਪਲੈਨਿੰਗ ਹੋਈ ਉਦੋਂ ਨੰਬਰ 1 ਜੱਗੂ ਭਗਵਾਨਪੁਰੀਆ ਔਰ ਲਾਰੈਂਸ ਬਿਸ਼ਨੋਈ ਦੋਨੋਂ ਇਕੱਠੇ ਸੀਗੇ ਇਨੀਸ਼ੀਅਲ ਪਲਾਨ 'ਚ। ਜੱਗੂ ਭਗਵਾਨਪੁਰੀਆ ਦੀ ਡਿਊਟੀ ਕੀ ਸੀ? ਜੱਗੂ ਭਗਵਾਨਪੁਰੀਆ ਦੀ ਡਿਊਟੀ ਸੀ ਰੈਕੀ ਕਰਵਾਉਣਾ, ਪਲੱਸ ਜਿਹੜੇ ਸ਼ੂਟਰ ਆਉਣਗੇ ਉਹਨਾਂ ਨੂੰ ਠਾਰ ਦੇਣਾ, ਪਨਾਹ ਦੇਣਾ। ਜੱਗੂ ਭਗਵਾਨਪੁਰੀਆ ਨੇ ਮੋਹਣਾ ਸਰਪੰਚ, ਇਹ ਨਾਮ ਸੀ ਉਹਦੇ ਬੰਦੇ ਦਾ, ਮੋਹਨ ਸਿੰਘ ਮੋਹਣਾ, ਸਰਪੰਚ ਰੈਲੀ ਪਿੰਡ। ਸੋ ਉਸ ਬੰਦੇ ਨੂੰ ਰੈਕੀ ਤੇ ਲਾਇਆ। ਉਹ ਬੰਦਾ ਸ਼ੁਰੂ ਤੋਂ ਹੀ ਲਾਰੈਂਸ ਗਰੁੱਪ ਲਈ ਰੈਕੀ ਕਰਦਾ ਰਿਹਾ ਸਿੱਧੂ ਮੂਸੇਵਾਲਾ ਦੀ। ਉਸ ਰੈਕੀ 'ਚ ਇਹ ਨਿਕਲ ਕੇ ਆਇਆ ਕਿ ਸ਼ੂਟਰ ਕੌਣ ਹੋਏਗਾ? ਮਨਦੀਪ ਤੂਫਾਨ ਇਹ ਸ਼ੂਟਰ ਸੀ ਜਿਨੇ ਪਹਿਲੇ ਹਿੱਟ ਕਰਨਾ ਸੀ ਸਿੱਧੂ ਮੂਸੇਵਾਲਾ ਨੂੰ। ਇਹ ਮੈਂ ਗੱਲ ਕਰ ਰਿਹਾ ਸਤੰਬਰ 2021 ਤੋਂ ਪਹਿਲੇ ਦੀ। ਅਗਸਤ 'ਚ ਮਰਡਰ ਹੁੰਦਾ ਹੈ ਵਿੱਕੀ ਮਿੱਡੂ ਖੇੜਾ ਦਾ, ਔਰ ਸਤੰਬਰ ਤੱਕ ਇਹਨਾਂ ਦੀ ਪਲੈਨਿੰਗ ਇਹ ਸੀ ਜੱਗੂ ਭਗਵਾਨਪੁਰੀਆ ਔਰ ਲਾਰੈਂਸ ਬਿਸ਼ਨੋਈ ਦੀ ਕਿ ਮਿਲ ਕੇ ਟਾਰਗੇਟ ਕਰਨਾ ਇਹਨੂੰ। ਔਰ ਜੱਗੂ ਭਗਵਾਨਪੁਰੀਆ ਨੇ ਰੈਕੀ ਕਰਵਾਈ ਮੋਹਨ ਸਿੰਘ ਮੋਹਣਾ ਤੋਂ, ਲੇਕਿਨ ਪੈਰਲਰ ਲਾਰੈਂਸ ਬਿਸ਼ਨੋਈ ਨੇ ਮਨਪ੍ਰੀਤ ਭਾਊ
ਜੋ ਢਪਈ ਪਿੰਡ ਦਾ ਰਹਿਣ ਵਾਲਾ ਹੈ, ਇਹਨੂੰ ਵੀ ਉਹੀ ਕੰਮ ਸੌਂਪਿਆ ਕਿ ਇੱਕ ਤਰਫ ਜੱਗੂ ਦਾ ਬੰਦਾ ਰੈਕੀ ਕਰ ਰਿਹਾ ਸੀਗਾ ਔਰ ਦੂਜੀ ਤਰਫ ਲਾਰੈਂਸ ਦਾ ਬੰਦਾ ਰੈਕੀ ਕਰ ਰਿਹਾ ਸੀਗਾ, ਮਨਪ੍ਰੀਤ ਪਾਊ। ਔਰ ਦੋਨਾਂ ਨੇ ਰੈਕੀ ਕਰਕੇ ਇਹਨਾਂ ਨੇ ਕਿਹਾ ਕਿ ਠੀਕ ਹੈ ਸ਼ੂਟਰ ਭੇਜ ਦਿਓ ਤੁਸੀਂ। 2 ਵਾਰੀ ਸ਼ੂਟਰ ਡਿਸਾਈਡ ਹੋਏ। ਇੱਕ ਵਾਰੀ ਪਹਿਲੇ ਤੇ ਸ਼ਾਹਰੂਖ ਵਗੈਰਾ ਦੀ ਟੀਮ ਸੀਗੀ, ਉਹ ਸ਼ੂਟਰ ਡਿਸਾਈਡ ਹੋਏ ਕਿ ਦਿੱਲੀ ਤੋਂ ਉਹ ਬੰਦੇ ਆਣਗੇ ਔਰ ਉਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਟਾਰਗੇਟ ਦੇਣਾ ਹੈ। ਔਰ ਜੋ ਬੰਦੇ ਦੱਸੇ ਸੀਗੇ, ਜੋ ਜੱਗੂ ਭਗਵਾਨਪੁਰੀਏ ਦੇ ਸੀ, ਉਹਨਾਂ ਨੇ ਠਹਿਰਾ ਵੀ ਦਿੱਤਾ। ਪਹਿਲੀ ਵਾਰ ਜਦੋਂ ਇਹਨਾਂ ਨੇ ਦੇਖਿਆ ਕਿ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਔਰ ਇੰਨਾ ਈਜ਼ੀ ਨਹੀਂ ਹੈਗਾ, ਬਾਉਂਸਰ ਵੀ ਹੈਗੇ, ਇਹਨਾਂ ਨੂੰ ਲੱਗਿਆ ਕਿ ਇਹ ਪਲਾਨ ਕੇਵਲ ਇਹਨਾਂ ਕੋਲ ਪਿਸਟਲ ਸੀ, ਜਿਹੜੇ ਸ਼ੂਟਰ ਆਏ ਉਹ ਪਿਸਟਲ ਸੀ, ਤੇ ਉਹਨਾਂ ਨੇ ਕਿਹਾ ਕਿ ਇਹ ਕੰਮ ਸਕਸੈਸਫੁਲ ਨਹੀਂ ਹੋਣਾ ਹੈ ਔਰ ਇਹਨਾਂ ਨੇ ਇਸ ਤੋਂ ਇਨਕਾਰ ਕਰਤਾ। ਉਹਨਾਂ ਨੇ ਕਿਹਾ ਕਿ ਵੀ ਇਹ ਇਦਾਂ ਪੋਸੀਬਲ ਨਹੀਂ ਹੋ ਸਕਦਾ, ਸੋਫਿਸਟੀਕੇਟਡ ਵੈਪਨ ਚਾਹੀਦੇ ਹੋਣਗੇ। ਪ੍ਰੋਟੈਕਟਡ ਸੀਗਾ ਸਿੱਧੂ ਮੂਸੇਵਾਲਾ। ਸਿੱਧੂ ਮੂਸੇਵਾਲਾ ਪ੍ਰੋਟੈਕਟਡ ਸੀ ਔਰ ਉਹਨੂੰ ਪਤਾ ਸੀ ਕਿ ਮੇਰੇ ਤੇ ਲਾਰੈਂਸ ਗਰੁੱਪ, ਕਿਉਂਕਿ ਜਨਤਾ 'ਚ ਨਹੀਂ ਪਤਾ ਸੀ ਲੇਕਿਨ ਅੰਦਰ ਖਾਤੇ ਜਿਹਨੂੰ ਥ੍ਰੈਟਸ ਆਉਂਦੀਆਂ ਜਾਂ ਉਹਨੂੰ ਇਹ ਗੱਲ ਪਤਾ ਸੀ ਕਿ ਮੇਰੇ ਤੇ ਅਟੈਕ ਹੋ ਸਕਦਾ ਹੈ। ਪਹਿਲੀ ਪਲੈਨਿੰਗ ਕਾਮਯਾਬ ਨਹੀਂ ਹੋਈ। ਦੂਜੀ ਪਲੈਨਿੰਗ 'ਚ ਰੈਕੀ ਰੈਲੀ ਪਿੰਡ ਦਾ ਮੋਹਨ ਸਿੰਘ ਮੋਹਣਾ ਹੀ ਕਰਦਾ ਰਿਹਾ। ਮਨਪ੍ਰੀਤ ਭਾਊ ਵੀ ਇਸ ਪੂਰੇ, ਜਿਹਨੇ ਕਰੋਲਾ ਬਾਅਦ ਚ ਇਹਨੂੰ ਲੈ ਕੇ ਦਿੱਤੀ ਮਨਪ੍ਰੀਤ ਮੰਨਾ ਦੀ ਔਰ ਉਹ ਅਰੈਸਟ ਹੋ ਗਿਆ ਉੱਤਰਾਖੰਡ ਚ, ਜਿਹਨੂੰ ਅਰੈਸਟ ਕਰਿਆ ਸੀ ਉਸੇ ਮਨਪ੍ਰੀਤ ਭਾਊ ਦੀ ਗੱਲ ਕਰ ਰਿਹਾ ਮੈਂ। ਉਹ ਵੀ ਰੈਕੀ ਕਰਦਾ ਰਿਹਾ ਲਾਰੈਂਸ ਲਈ, ਲਾਰੈਂਸ ਨਾਲ ਉਹਦਾ ਪੁਰਾਣਾ ਕਨੈਕਸ਼ਨ ਸੀ। ਲੇਕਿਨ ਇਹਨਾਂ ਨੇ ਦੂਜੀ ਵਾਰੀ ਕੀ ਕੀਤਾ, ਤਿਹਾੜ ਜੇਲ੍ਹ 'ਚ ਹੀ ਬੰਦ ਸੀਗਾ ਹਾਸ਼ਿਮ ਬਾਬਾ। ਹਾਸ਼ਿਮ ਬਾਬਾ ਨੂੰ ਇਹਨਾਂ ਨੇ ਕਿਹਾ ਕਿ ਆਹ ਕੰਮ ਕਰਨਾ ਅਸੀਂ, ਔਰ ਅੰਦਰ ਸਮਝਾਇਆ। ਹਾਸ਼ਿਮ ਬਾਬਾ ਨੇ ਇਹਨਾਂ ਨੂੰ 5 ਬੰਦੇ ਦਿੱਤੇ, ਸ਼ਾਹਰੂਖ, ਡੈਨੀ, ਅਮਨ, ਬੌਬੀ ਤੇ ਇੱਕ ਅਨਨੋਨ ਸੀਗਾ। ਇਹ ਬੰਦੇ ਦਿੱਤੇ, ਇਹਨਾਂ ਕੋਲ ਪਿਸਟਲ ਸੀਗੇ। ਇਹ ਆਏ, ਇੱਕ ਫਾਰਮ ਹਾਊਸ ਸੀ ਇਹਨਾਂ ਨੂੰ ਮਾਨਸੇ ਪਿੰਡ ਦੇ ਨੇੜੇ ਬਠਿੰਡੇ ਦੇ ਕਿਸੇ ਫਾਰਮ ਹਾਊਸ 'ਚ ਰੱਖਿਆ ਗਿਆ ਔਰ ਇਹਨਾਂ ਨੇ ਜਦੋਂ ਉੱਥੇ ਫਾਈਨਲ ਰੈਕੀ ਕਰਨ ਗਏ ਔਰ ਇਹਨਾਂ ਨੇ ਜਦੋਂ ਜਾ ਕੇ ਦੇਖਿਆ ਕਿ ਉੱਥੇ ਪੁਲਿਸ ਵਗੈਰਾ ਦੇਖੀ, ਤੇ ਇਹਨਾਂ ਨੇ ਮੋਹਣਾ ਨੂੰ ਔਰ ਜਿਹੜੇ ਬਾਕੀ ਬੰਦੇ ਪੂਰੇ ਲਾਰੈਂਸ ਦੇ ਇਸ਼ਾਰੇ ਤੇ ਇਸ ਕਿਲਿੰਗ ਨੂੰ ਐਗਜ਼ੀਕਿਊਟ ਕਰਨ ਲਈ ਲੱਗੇ ਹੋਏ ਸੀਗੇ। ਇਹਨਾਂ ਨੇ ਕਿਹਾ ਕਿ ਪਿਸਟਲ ਵਗੈਰਾ ਨਾਲ ਇਹ ਕੰਮ ਨਹੀਂ ਹੋ ਸਕਦਾ, ਇਹਦੇ ਲਈ ਬੜੇ ਸੋਫਿਸਟੀਕੇਟਡ ਵੈਪਨ ਚਾਹੀਦੇ ਆ, ਅਸੌਲਟ ਰਾਈਫਲਸ। ਉਹਨਾਂ ਨੇ ਸੋਫਿਸਟੀਕੇਟਡ ਵੈਪਨ ਕਿਹਾ ਕਿ ਇਸ ਤਰ੍ਹਾਂ ਦੇ ਵੈਪਨ ਚਾਹੀਦੇ ਆ ਕਿਉਂਕਿ ਇਹ ਆਪ ਵੀ ਬੁਲਟ ਪ੍ਰੂਫ ਜੈਕਟ ਪਾ ਕੇ ਰੱਖਦਾ ਹੈ ਸਿੱਧੂ ਮੂਸੇਵਾਲਾ, ਇਹਦੀ ਗੱਡੀ ਵੀ ਬੁਲਟ ਪ੍ਰੂਫ ਹੈ, ਇਹਦੇ ਕੋਲ ਪੁਲਿਸ ਵਾਲੇ ਵੀ ਹੈ, ਇਹਦੇ ਕੋਲ ਆਪਣੇ ਬਾਉਂਸਰ ਵੀ ਹੈ, ਇਹਨਾਂ ਕੋਲ ਹਥਿਆਰ ਵੀ ਹੈ। ਸੋ ਇਹਨਾਂ ਨੂੰ ਨਾਰਮਲ ਇਹ ਜਿਹੜੇ ਗਲੌਕ ਪਿਸਟਲ ਹੈ ਜਾਂ ਸਟਾਰ ਪਿਸਟਲ ਹੈ, ਇਹਦੇ ਨਾਲ ਇਹ ਕੰਮ ਨਹੀਂ ਹੋਣਾ। ਇਹਨਾਂ ਸਾਰਿਆਂ ਕੋਲ ਜਿਹੜੇ ਪੰਜੋ ਆਏ ਇਹਨਾਂ ਕੋਲ ਪਿਸਟਲ ਸੀਗੇ। ਸੋ ਇਹਨਾਂ ਨੇ ਕਿਹਾ ਇਹ ਸੋਫਿਸਟੀਕੇਟਡ ਵੈਪਨ ਚਾਹੀਦਾ ਹੋਏਗਾ। ਇਹ ਦੂਜੀ ਪਲੈਨਿੰਗ ਜਿਹੜੀ ਹੈ ਇਹਨਾਂ ਦੀ ਫੇਲ ਹੋ ਗਈ। ਇਹ ਨਵੰਬਰ ਤੱਕ ਇਸ ਤਰ੍ਹਾਂ ਇਹਨਾਂ ਦਾ ਪਲਾਨ ਚੱਲਦਾ ਰਿਹਾ। ਅਗਸਤ ਤੋਂ ਨਵੰਬਰ ਆ ਗਿਆ, ਲਾਰੈਂਸ ਥੋੜਾ ਜਿਹਾ ਡੈਸਪਰੇਟ ਹੋ ਗਿਆ ਇਸ ਚੀਜ਼ ਲਈ, ਤੇ ਉਹਨੇ ਹਾਸ਼ਿਮ ਬਾਬਾ ਵੀ ਸਾਈਡ ਤੇ ਕੀਤਾ, ਉਹਨੇ ਜੱਗੂ ਭਗਵਾਨਪੁਰੀਆ ਵੀ ਸਾਈਡ ਤੇ ਕੀਤਾ। ਫਿਰ ਇਹ ਨਵੰਬਰ ਚ ਟੱਚ ਚ ਆਇਆ। ਨਵੰਬਰ 2021 ਚ ਇਹਨਾਂ ਨੇ ਪਲਾਨਿੰਗ ਸ਼ੁਰੂ ਕੀਤੀ ਗੋਲਡੀ ਬਰਾੜ ਦੇ ਨਾਲ। ਤੁਹਾਨੂੰ ਸੁਣ ਕੇ ਤਾਜੁਬ ਹੋਏਗਾ ਔਰ ਦਰਸ਼ਕ ਇਹ ਪਹਿਲੀ ਵਾਰੀ ਸੁਣਗੇ। ਤਿਹਾੜ ਜੇਲ੍ਹ ਚੋਂ ਟੈਲੀਫੋਨ ਕਾਨਫਰੈਂਸਿੰਗ ਦੇ ਜਰੀਏ ਗੱਲ ਹੋਈ ਔਰ ਟੈਲੀਫੋਨ ਕਾਨਫਰੈਂਸਿੰਗ ਚ ਕੌਣ ਸੀਗਾ? ਬੀਕਾਨੇਰ ਜੇਲ੍ਹ ਚ ਬੰਦ ਇੱਕ ਲਾਰੈਂਸ ਦਾ ਸਾਥੀ, ਕਪੂਰਥਲਾ ਜੇਲ੍ਹ ਚ ਬੰਦ ਟੀਨੂ, ਔਰ ਲਾਰੈਂਸ ਇਹਨਾਂ ਦੇ ਨਾਲ ਪੈਚ ਹੋ ਗਏ ਔਰ ਨਾਲ ਪੈਚ ਕਿਹਨੂੰ ਕੀਤਾ? ਗੋਲਡੀ ਬਰਾੜ ਨੂੰ। ਕਿਉਂਕਿ ਲਾਰੈਂਸ ਬਹੁਤ ਤੇਜ਼ ਔਰ ਬੜਾ ਸ਼ਾਤਰ ਦਿਮਾਗ ਹੈ। ਲਾਰੈਂਸ ਨੂੰ ਇਹ ਪਤਾ ਸੀਗਾ ਕਿ ਇਸ ਟਾਈਮ ਮੈਂ ਤਿਹਾੜ ਜੇਲ੍ਹ ਦੀ 1 ਨੰਬਰ ਜੇਲ੍ਹ ਚ ਬੰਦਾ ਤੇ ਮੈਨੂੰ ਥੋੜੇ ਹੀ ਦਿਨਾਂ ਚ ਹਾਈ ਸਿਕਿਉਰਿਟੀ 3 ਨੰਬਰ ਜੇਲ੍ਹ ਚ ਸ਼ਿਫਟ ਕਰਨ ਵਾਲੇ ਆ, ਮੇਰਾ ਟੈਲੀਫੋਨ ਉੱਥੇ ਨਹੀਂ ਚੱਲੇਗਾ। ਸੋ ਪਹਿਲਾਂ ਹੀ ਜਿਹੜੀ ਮੇਰਾ ਪਲਾਨ ਹੈ ਉਹ ਫੇਲ ਹੋ ਰਿਹਾ ਹੈ। ਜੇ ਮੈਂ 1 2 3 ਮਹੀਨੇ ਲਈ ਫਿਰ ਉਸ ਜੇਲ੍ਹ 'ਚ ਚਲਾ ਗਿਆ, ਉੱਥੇ ਮੇਰਾ ਫੋਨ ਨਹੀਂ ਚੱਲਿਆ ਤੇ ਬਾਹਰ ਇਹ ਐਗਜ਼ੀਕਿਊਸ਼ਨ ਨਹੀਂ ਹੋ ਪਾਏਗੀ। ਸੋ ਉਹਨੇ ਸੋਚਿਆ ਕਿ ਇਸ ਤੋਂ ਪਹਿਲਾਂ ਕਿ ਮੈਂ ਜੇਲ੍ਹ ਨੰਬਰ 1 ਤੋਂ ਜੇਲ੍ਹ ਨੰਬਰ 3 'ਚ ਸ਼ਿਫਟ ਹੋਵਾਂ, ਮੈਂ ਇਸ ਪੂਰੇ ਪਲਾਨ ਨੂੰ ਆਰਗੇਨਾਈਜ਼ ਕਰਦਾ। ਉਹਨੇ ਕਾਨਫਰੈਂਸਿੰਗ ਕਾਲ ਦੇ ਜਰੀਏ ਬੀਕਾਨੇਰ ਜੇਲ੍ਹ 'ਚ ਜਿਹੜਾ ਉਹਦਾ ਸਾਥੀ ਸੀਗਾ ਉਹਨੂੰ ਫੋਨ ਲਾਇਆ, ਟੀਨੂ ਨੂੰ ਫੋਨ ਲਾਇਆ ਔਰ ਆਪ ਉਹਨਾਂ ਨੂੰ ਗੋਲਡੀ ਬਰਾੜ ਨਾਲ ਜੋੜਿਆ। ਗੋਲਡੀ ਬਰਾੜ ਨੂੰ ਉਹਨੇ ਇੰਟਰੋਡਿਊਸ ਕਰਵਾਇਆ ਉਹਨਾਂ ਨਾਲ ਔਰ ਇਹ ਕਿਹਾ ਕਿ ਮੇਰੇ ਤੋਂ ਬਾਅਦ ਮੂਸੇਵਾਲਾ ਕਿਲਿੰਗ ਦਾ ਜਿਹੜਾ ਵੀ ਪਲਾਨ ਹੈ, ਜੋ ਗੋਲਡੀ ਬਰਾੜ ਕਹੇਗਾ ਉਵੇਂ ਹੀ ਇਸ ਪਲਾਨ ਨੂੰ ਐਗਜ਼ੀਕਿਊਟ ਕਰਨਾ ਹੈ। ਮਤਲਬ ਟੀਮ ਲੀਡਰ ਗੋਲਡੀ ਬਰਾੜ ਨੂੰ ਬਣਾਤਾ ਕਿਉਂਕਿ ਉਹਨਾਂ ਨੂੰ ਪਤਾ ਸੀ, ਲਾਰੈਂਸ ਬਿਸ਼ਨੋਈ ਨੂੰ ਪਤਾ ਸੀ ਕਿ ਮੈਂ ਸ਼ਿਫਟ ਹੋ ਜਾਣਾ। ਹਾਂ, ਉਹਨੂੰ ਇਹ ਪਤਾ ਸੀ ਕਿ ਮੈਂ ਸ਼ਿਫਟ ਹੋ ਜਾਣਾ ਹੈ ਔਰ ਅਗਰ ਮੰਨ ਲਓ ਕਿ ਮੈਂ 2-3 ਮਹੀਨੇ ਉੱਥੇ ਰਵਾਂਗਾ, ਇਹ ਤਾਂ ਫਿਰ ਪਲਾਨ ਰੋਕ ਦੇਣਗੇ। ਔਰ ਇੰਨਾ ਡੈਸਪਰੇਟ ਸੀਗਾ, ਮਤਲਬ ਉਹਨੂੰ ਆਰਗੇਨਾਈਜ਼ ਕਰ ਰਿਹਾ ਸੀ ਬਾਰ-ਬਾਰ ਔਰ ਉਹਨੂੰ ਲੱਗਦਾ ਸੀ ਕਿ 2 ਵਾਰ ਪਹਿਲੇ ਅਸੀਂ ਸ਼ੂਟਰ ਵੀ ਬੁਲਾਏ ਗਏ ਵੀ, ਉਹ ਸ਼ੂਟਰ ਸਕਸੈਸਫੁਲ ਨਹੀਂ ਹੋ ਪਾਏ। ਇੱਕ ਤਰ੍ਹਾਂ ਨਾਲ ਇਰੀਟੇਟਿਡ ਸੀਗਾ, ਨਾ ਪੰਜਾਬ ਦੇ ਸ਼ੂਟਰ ਕੰਮ ਆ ਰਹੇ ਸੀ, ਦਿੱਲੀ ਵਾਲੇ ਸ਼ੂਟਰ ਵੀ ਭੇਜੇ ਉਹ ਵੀ ਕੰਮ ਨਹੀਂ ਆਏ। ਸੋ ਉਹਨੂੰ ਲੱਗਿਆ ਕਿ ਇਹ ਕੰਮ ਹਰ ਹਾਲ 'ਚ ਕਰਨਾ ਹੈ ਔਰ ਇਹਨੂੰ ਅਗਰ ਮੈਂ ਅੰਦਰ ਚਲਾ ਗਿਆ ਤੇ ਹੋਰ ਲਿੰਗਰ ਔਨ ਹੋ ਜਾਏਗਾ। ਸੋ ਉਹਨੇ ਗੋਲਡੀ ਬਰਾੜ ਨੂੰ ਨਵੰਬਰ 'ਚ ਇਸ ਪਲਾਨ 'ਚ ਪੂਰੇ 'ਚ ਇਨਕਲੂਡ ਕੀਤਾ ਔਰ
ਟੀਨੂ ਨੂੰ ਕਪੂਰਥਲਾ ਜੇਲ੍ਹ 'ਚ ਟੈਲੀਫੋਨ ਦੇ ਜ਼ਰੀਏ। ਤੁਸੀਂ ਦੇਖੋ ਨਾ ਕਿ ਸਾਰਾ ਕੰਮ ਹੀ ਜੇਲ੍ਹਾਂ ਤੋਂ ਚੱਲ ਰਿਹਾ ਹੈ। ਗੈਂਗਸਟਰ ਜੇਲ੍ਹਾਂ 'ਚ ਬੈਠੇ ਹੈ, ਜੇਲ੍ਹਾਂ 'ਚ ਉਹਨਾਂ ਕੋਲ ਫੋਨ ਹੈ ਔਰ ਫੋਨ ਦੇ ਜ਼ਰੀਏ ਜੋ ਹੈ ਉਹ ਇੰਨੀ ਵੱਡੀ ਵੱਡੀ ਕਿਲਿੰਗ ਅੰਜਾਮ ਦੇ ਰਹੇ ਹੈ। ਅਸੀਂ ਬਾਰ-ਬਾਰ ਦਿੱਲੀ ਪੁਲਿਸ ਨੂੰ ਕੱਲ ਇਸੇ ਲਈ ਪੁੱਛ ਰਹੇ ਸੀ ਕਿ ਅਗਰ ਇਹ ਏਡੀ ਹੀ ਵੱਡੀ ਸਾਜ਼ਿਸ਼ ਹੈ ਜਿੰਨਾ ਤੁਸੀਂ ਦੱਸ ਰਹੇ ਹੋ, ਤੇ ਇਹ ਬਿਨਾਂ ਟੈਕਨੋਲੋਜੀ ਤੋਂ ਔਰ ਬਿਨਾਂ ਟੈਲੀਫੋਨ ਤੋਂ ਕਿਵੇਂ ਕੋਈ ਸਕਸੈਸਫੁਲ ਕਰ ਸਕਦਾ ਹੈ? ਇਹ ਤਾਂ ਹੋ ਨਹੀਂ ਕਿ ਇੱਕ ਵਾਰੀ ਮੈਸੇਜ ਭੇਜਤਾ। ਹਾਲਾਂਕਿ ਦਿੱਲੀ ਪੁਲਿਸ ਦਾ ਇਹ ਕਹਿਣਾ ਸੀ ਕਿ ਇਹਨਾਂ ਦੇ ਬਹੁਤ ਸਾਰੇ ਬੰਦੇ ਬਾਹਰ ਹੈ, ਕੋਰਟ 'ਚ ਮਿਲਣ ਜਾਂਦੇ, ਉੱਥੇ ਪੇਸ਼ੀਆਂ ਹੋ ਜਾਂਦੀਆਂ, ਜੇਲ੍ਹ 'ਚ ਮਿਲਣ ਆ ਜਾਂਦੇ ਆ। ਲੇਕਿਨ ਅਸੀਂ ਠੀਕ ਸੋਚ ਰਹੇ ਸੀਗੇ। ਕੱਲ ਮੈਂ ਬਾਰ-ਬਾਰ ਇਹ ਸਵਾਲ ਵੀ ਪੁੱਛਿਆ क्या कि बिना कनेक्टिविटी तो ये पॉसिबल नहीं है बाहर कांटेक्ट करना किसी दिन। ਤੁਸੀਂ 8-9 ਮਹੀਨੇ ਕੋਈ ਪਲੈਨਿੰਗ ਕਰ ਲਵੇ, ਹਰ 1-1 ਮਿੰਟ ਬਾਅਦ ਇਹਨਾਂ ਕੰਮਾਂ 'ਚ ਤਾਂ ਆ ਚੀਜ਼ ਪਹੁੰਚੀ ਨਹੀਂ ਪਹੁੰਚੀ, ਇੱਕ ਮਿੰਟ 'ਚ ਕ੍ਰਿਮੀਨਲ ਨੂੰ ਲੋੜ ਪੈਂਦੀ ਹੈ। ਹੋ ਹੀ ਨਹੀਂ ਸਕਦਾ। ਮੈਂ ਕਹਿੰਦਾ ਕਿ ਅੱਜ ਜੇਲ੍ਹਾਂ ਨੂੰ ਤੁਸੀਂ ਇੰਟਰਨੈਟ ਫ੍ਰੀ, ਮਤਲਬ ਇੰਟਰਨੈਟ ਬਲੌਕ ਕਰ ਦਿਓ, ਜੈਮ ਕਰ ਦਿਓ, ਮੋਬਾਈਲ ਕਨੈਕਟੀਵਿਟੀ ਜੈਮ ਕਰ ਦਿਓ, ਮੈਂ ਕਹ ਰਿਹਾ ਅੱਧਾ ਕ੍ਰਾਈਮ ਰੁਕ ਜਾਏਗਾ। ਇਹ ਜੋ ਵੀ ਇਨਵੈਸਟੀਗੇਸ਼ਨ 'ਚ ਅਸੀਂ ਚੀਜ਼ਾਂ ਦੇਖੀਆਂ, ਜੋ ਚੀਜ਼ਾਂ ਫੜੀਆਂ ਜਾਂ ਜੋ ਪੁਲਿਸ ਤੱਕ ਪਹੁੰਚੀਆਂ, ਉਹਨਾਂ 'ਚ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜੇਲ੍ਹਾਂ 'ਚ ਕ੍ਰਿਮੀਨਲ ਫੋਨ ਚਲਾ ਰਹੇ ਹੈ ਔਰ ਸਾਰੀ ਪਲਾਨਿੰਗ ਉਹਨੂੰ ਐਗਜ਼ੀਕਿਊਟ ਕਰਨ ਲਈ ਉਸੇ ਟੈਕਨੋਲੋਜੀ ਦਾ ਇੰਟਰਨੈਟ ਕਾਲ ਦਾ ਸਹਾਰਾ ਲੈ ਰਹੇ ਹੈ। ਇੰਟਰਨੈਟ ਕਨੈਕਸ਼ਨ ਚੱਲ ਰਿਹਾ ਉਹਨਾਂ ਦੇ, ਇੰਨੇ ਉਹਨਾਂ ਕੋਲ ਸੈਂਸਿਟਿਵ ਫੋਨ ਹੈ ਕਿ ਉਹ ਫੋਨ ਫੜੇ ਨਹੀਂ ਜਾਂਦੇ, ਉਹ ਰੱਖੀ ਜਾਂਦੇ ਆ। ਐਨੀਵੇਜ਼, ਜਦੋਂ ਲਾਰੈਂਸ ਨੂੰ ਲੱਗਿਆ ਕਿ ਨਵੰਬਰ 'ਚ ਕਿ ਮੈਂ ਹੁਣ ਜੇਲ੍ਹ 'ਚ ਸ਼ਿਫਟ ਹੋ ਜਾਵਾਂਗਾ ਤੇ ਮੇਰੀ ਐਗਜ਼ੀਕਿਊਸ਼ਨ ਨਹੀਂ ਹੋਗੀ, ਉਹਨਾਂ ਗੋਲਡੀ ਬਰਾੜ ਨੂੰ ਵਿੱਚ ਪਾਇਆ, ਸਚਿਨ ਥੱਪਨ ਜਿਹੜਾ ਉਹਦਾ ਰਿਸ਼ਤੇਦਾਰ ਹੈਗਾ ਉਹਨੂੰ ਵਿੱਚ ਪਾਇਆ, ਨਾਲ ਉਹਨੇ ਜਿਹੜੇ ਸ਼ੂਟਰ ਹਾਇਰ ਕਰਨੇ ਸੀਗੇ ਉਹਨਾਂ ਦੀ ਡਿਊਟੀ ਲਗਾਈ, ਮਨੂ ਡਾਗਰ ਨੂੰ ਕਨੈਕਟ ਕੀਤਾ ਉਹਨਾਂ ਦੇ ਨਾਲ ਔਰ ਟੋਨੀ ਨੂੰ ਕਨੈਕਟ ਕੀਤਾ ਕਪੂਰਥਲਾ ਜੇਲ੍ਹ 'ਚੋਂ, ਔਰ ਬੀਕਾਨੇਰ 'ਚ ਜਿਹੜਾ ਮਿੰਟੂ ਬੰਦ ਸੀਗਾ ਉਹ ਮਿੰਟੂ ਨੂੰ ਕਨੈਕਟ ਕੀਤਾ ਉਹਨਾਂ ਨੇ। ਸੋ ਇਹਨਾਂ ਨੂੰ ਕਨੈਕਟ ਕਰਨ ਤੋਂ ਬਾਅਦ ਹੌਲੀ ਹੌਲੀ ਲਾਰੈਂਸ ਬਿਸ਼ਨੋਈ ਜੇਲ੍ਹ ਨੰਬਰ 8 'ਚ ਚਲਾ ਗਿਆ। ਹੁਣ ਸਾਰਾ ਕੰਮ ਆ ਗਿਆ ਗੋਲਡੀ ਬਰਾੜ ਦਾ। ਹੁਣ ਗੋਲਡੀ ਬਰਾੜ ਦਾ ਕੀ ਇੰਟਰਸਟ ਸੀ? ਗੋਲਡੀ ਬਰਾੜ ਦਾ ਇੰਟਰਸਟ ਇਹ ਸੀ ਕਿ ਬੰਬੀਹਾ ਗਰੁੱਪ ਨੇ ਗੋਲਡੀ ਬਰਾੜ ਦੇ ਕਜ਼ਨ ਨੂੰ ਮਾਰਿਆ ਸੀ, ਗੁਰਲਾਲ ਨੂੰ, ਔਰ ਹੁਣ ਜਿਹੜਾ ਗੋਲਡੀ ਬਰਾੜ ਆਪ ਕੈਨੇਡਾ ਰਹਿ ਰਿਹਾ। ਸੋ ਗੋਲਡੀ ਬਰਾੜ ਨੇ ਇਹਨਾਂ ਸਾਰਿਆਂ ਬੰਦਿਆਂ ਨੂੰ ਚੇਨ ਅਪ ਕਰਕੇ ਜਿਨ੍ਹਾਂ ਦੀ ਡਿਊਟੀ ਲਾ ਕੇ ਗਿਆ ਸੀ, ਜਿੱਦਾਂ ਵੀ ਗੋਲਡੀ ਬਰਾੜ ਦੇ ਆਰਡਰ ਨੂੰ ਫੋਲੋ ਕਰਨਾ ਹੈ, ਲਾਰੈਂਸ ਕਹਿ ਕੇ ਗਿਆ ਸੀਗਾ, ਉਹ ਫੋਲੋ ਕਰਨ ਲੱਗ ਗਏ। ਲਾਰੈਂਸ ਮਾਰਚ ਤੱਕ ਜੇਲ੍ਹ ਨੰਬਰ 3 'ਚ ਰਿਹਾ ਔਰ ਮਾਰਚ 'ਚੋਂ ਸ਼ਿਫਟ ਹੋਇਆ। ਮਤਲਬ ਤੁਸੀਂ ਇਹ ਦੇਖੋ ਕਿ ਨਵੰਬਰ, ਦਸੰਬਰ ਨਿਕਲ ਗਿਆ, ਜਨਵਰੀ, ਫਰਵਰੀ ਨਿਕਲ ਗਈ, ਮਾਰਚ 'ਚੋਂ ਸ਼ਿਫਟ ਹੋਇਆ ਜੇਲ੍ਹ ਨੰਬਰ 8 'ਚ, ਤਿਹਾੜ ਜੇਲ੍ਹ ਦੀ। ਇਹਨਾਂ ਦਿਨਾਂ 'ਚ ਉਹਦਾ ਮੋਬਾਈਲ ਫੋਨ ਬੰਦ ਰਿਹਾ। ਇਹ ਗੱਲ ਉਹਨੂੰ ਪਤਾ ਸੀ ਲਾਰੈਂਸ ਨੂੰ ਕਿ ਮੇਰਾ ਉੱਥੇ ਜੇਲ੍ਹ ਨੰਬਰ 3 'ਚ ਮੇਰਾ ਫੋਨ ਨਹੀਂ ਚੱਲਣਾ ਹੈ। ਉਹਨੂੰ ਜੇਲ੍ਹ ਨੰਬਰ 8 'ਚ ਮਾਰਚ ਸ਼ਿਫਟ ਕੀਤਾ ਗਿਆ। ਮਾਰਚ 'ਚ ਜਦੋਂ ਸ਼ਿਫਟ ਕੀਤਾ ਗਿਆ, ਉਹਨੇ ਸ਼ਿਫਟ ਹੁੰਦੇ ਹੀ ਉੱਥੇ ਕਿਹਨਾਂ ਬੰਦਿਆਂ ਨਾਲ ਰੱਖਿਆ ਗਿਆ? ਉਹਨੂੰ ਰੱਖਿਆ ਗਿਆ ਉਹੀ ਹਾਸ਼ਿਮ ਬਾਬਾ, ਸੰਪਤ ਨਹਿਰਾ ਜਿਹੜਾ ਖਾਸ ਆਦਮੀ ਹੈ, ਹਰਿਆਣਾ ਦਾ ਕਲੋਜ਼ੈਸਟ ਆਦਮੀ ਹੈ ਲਾਰੈਂਸ ਬਿਸ਼ਨੋਈ ਦਾ, ਚੰਡੀਗੜ੍ਹ ਦਾ ਰਹਿਣ ਵਾਲਾ। ਉਹ तमाम ਲੋਕ ਉੱਥੇ ਬੰਦ ਸੀ, ਉਹਨਾਂ ਕੋਲ ਫੋਨ ਸੀਗਾ। ਤਿਹਾੜ ਜੇਲ੍ਹ ਦੀ 8 ਨੰਬਰ 'ਚ ਪਹੁੰਚਦੇ ਹੀ ਉਹਨੇ ਤੁਰੰਤ ਕਾਲ ਲਾਇਆ ਗੋਲਡੀ ਬਰਾੜ ਨੂੰ। मतलब चाहे हाई सिक्योरिटी जेल शिफ्ट करता सी लेकिन उत्थे भी मोबाइल फोन हैगा सी। ਸਿਰਫ ਲਾਰੈਂਸ ਬਿਸ਼ਨੋਈ ਨੇ, ਜਿਹੜਾ ਸਾਨੂੰ ਜਾਂਚ 'ਚ ਪਤਾ ਲੱਗਿਆ ਹੈ, ਜੋ ਹੁਣ ਤੱਕ ਮੇਰੀ ਸਮਝ 'ਚ ਜੋ ਇਨਵੈਸਟੀਗੇਸ਼ਨ ਆਈ ਹੈ, ਨਵੰਬਰ ਤੋਂ ਲੈ ਕੇ ਫਰਵਰੀ ਤੱਕ ਲਾਰੈਂਸ ਬਿਸ਼ਨੋਈ ਫੋਨ ਨਹੀਂ ਚਲਾ ਪਾਇਆ ਜੇਲ੍ਹ ਦੇ ਅੰਦਰ। ਉਹ ਇਸ ਲਈ ਨਹੀਂ ਚਲਾ ਪਾਇਆ ਜਾਂ ਯੂਜ਼ ਨਹੀਂ ਕਰ ਪਾਇਆ ਕਿਉਂਕਿ ਉਦੋਂ ਜੇਲ੍ਹ ਨੰਬਰ 3 'ਚ ਜਿੱਥੇ ਸ਼ਿਫਟ ਕੀਤਾ ਗਿਆ ਸੀ, 1 ਤੋਂ 3 'ਚ, 1 'ਚ ਯੂਜ਼ ਕਰਦਾ ਸੀ, 3 'ਚ ਸ਼ਿਫਟ ਕੀਤਾ ਗਿਆ, 3 'ਚ ਯੂਜ਼ ਨਹੀਂ ਹੋਇਆ ਔਰ ਉਹਨੂੰ ਪਤਾ ਸੀ ਕਿ 3 'ਚ ਯੂਜ਼ ਨਹੀਂ ਹੋਏਗਾ। ਕਿਉਂ ਨਹੀਂ ਹੋਇਆ? ਇਹ ਤਿਹਾੜ ਐਡਮਿਨਿਸਟ੍ਰੇਸ਼ਨ ਇਹ ਸਭ ਦੇਖ ਸਕਦਾ ਹੈ ਵੀ ਕਿਉਂ ਹੋਇਆ, ਕਿਉਂ ਨਹੀਂ ਹੋਇਆ। ਜਦੋਂ 8 'ਚ ਆਇਆ ਤੇ ਉੱਥੇ ਆਲਰੇਡੀ ਉਹਦੇ ਸਾਥੀ ਸੰਪਤ ਨਹਿਰਾ, ਹਾਸ਼ਿਮ ਬਾਬਾ, ਗੈਂਗਸਟਰ ਸਾਰੇ ਬੰਦ ਸੀਗੇ, ਹੋਰ ਵੀ 4-5 ਸਾਥੀ ਉਹਦੇ ਬੰਦ ਸੀ। ਉੱਥੇ ਆ ਕੇ ਉਹਨੇ ਫਿਰ ਫੋਨ ਵਰਤਣਾ ਸ਼ੁਰੂ ਕੀਤਾ ਔਰ ਉਹਨੇ ਪਹਿਲੀ ਕਾਲ 13 ਜਾਂ 14 ਮਾਰਚ ਨੂੰ, ਨਹੀਂ ਮਾਰਚ ਮਹੀਨੇ 'ਚ ਉਹਨੇ ਵਰਤਣਾ ਸ਼ੁਰੂ ਕਰਤਾ। ਜਿਹੜੀ ਇਸ ਕਿਲਿੰਗ ਨੂੰ ਲੈ ਕੇ ਉਹਨੇ 13 ਜਾਂ 14 ਮਈ ਨੂੰ ਆਖਰੀ ਕਾਲ ਕੀਤੀ ਹੈ ਗੋਲਡੀ ਬਰਾੜ ਨੂੰ, ਉਸੀ 8 ਨੰਬਰ ਜੇਲ੍ਹ 'ਚੋਂ ਹੀ। ਔਰ ਉਹਨੇ ਉੱਥੋਂ ਫੋਨ ਕੀ ਕੀਤਾ ਗੋਲਡੀ ਬਰਾੜ ਨੂੰ, ਉਹਨਾਂ ਦੀ ਬਹਿਸ ਹੋਈ ਆਪਸ। ਲਾਰੈਂਸ ਬਿਸ਼ਨੋਈ ਇਸ ਗੱਲ ਤੋਂ ਨਾਰਾਜ਼ ਸੀ ਕਿ ਨਵੰਬਰ ਤੋਂ ਮਈ ਆ ਗਿਆ ਔਰ ਤੁਸੀਂ ਉਹ ਕੰਮ ਨਹੀਂ ਕਰ ਪਾਏ ਜਿਹੜਾ ਕੰਮ ਮੈਂ ਕਿਹਾ ਸੀ। ਐਗਜ਼ੀਕਿਊਸ਼ਨ ਨਹੀਂ ਹੋਈ। ਉਹ ਕਹਿੰਦਾ ਸੀ ਹਰ ਹਾਲ 'ਚ ਕੰਮ ਹੋਣਾ ਚਾਹੀਦਾ ਔਰ ਤੁਸੀਂ ਹੁਣ ਤੱਕ ਕਰ ਕਿਉਂ ਨਹੀਂ ਪਾਏ? ਉਹਨੇ ਕਨੈਕਟੀਵਿਟੀ ਆਪਣੀ ਜੁੜਦੇ ਹੀ ਤੁਰੰਤ ਜਿਹੜਾ ਹੈ ਫਿਰ ਗੋਲਡੀ ਬਰਾੜ ਨੂੰ ਇਹ ਗੱਲ ਕਹੀ ਕਿ ਤੁਸੀਂ ਇਹ ਕੰਮ ਕਿਉਂ ਨਹੀਂ ਕਰ ਪਾਏ। ਜੋ ਮੈਨੂੰ ਪਤਾ ਲੱਗਾ, ਗੋਲਡੀ ਬਰਾੜ ਨੇ ਇਹ ਕਿਹਾ ਕਿ ਠੀਕ ਹੈ ਹੁਣ ਕਾਲ ਉਦੋਂ ਹੀ ਕਰਾਂਗੇ ਤੁਹਾਨੂੰ ਜਦੋਂ ਕੰਮ ਹੋ ਜਾਏਗਾ। ਯਾਨੀ 13-14 ਮਈ ਤੋਂ ਬਾਅਦ ਫਿਰ ਇਹ ਹੱਥ ਧੋ ਕੇ ਪਿੱਛੇ ਪੈ ਗਏ ਕਿ ਜਿਸ ਤਰ੍ਹਾਂ ਮਰਜ਼ੀ ਕਿਲਿੰਗ ਕਰਨੀ ਹੈ, ਕਿਉਂਕਿ ਉਹ ਜਿਸ ਤਰ੍ਹਾਂ ਹੁੰਦਾ ਨਾ ਕਿ ਵੀ
ਲਾਰੈਂਸ ਨਾਰਾਜ਼ ਹੋ ਰਿਹਾ, ਯਾਰ ਇਹ ਕੰਮ ਕਿਉਂ ਨਹੀਂ ਹੋਇਆ। ਸ਼ੂਟਰਸ ਨੂੰ ਵੀ ਇਹ ਮੈਸੇਜ ਦਿੱਤਾ ਗਿਆ ਔਰ ਇਹ तमाम ਚੀਜ਼ਾਂ ਜਿਹੜੀਆਂ ਹੈ ਇਹਨਾਂ ਨੇ ਸਪੀਡ ਅਪ ਕੀਤੀਆਂ। 13-14 ਮਈ ਤੋਂ ਬਾਅਦ 13-14 ਮਈ ਨੂੰ ਕਾਲ ਹੋਈ ਹੈ ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ, ਠੀਕ ਹੈ। ਉਸ ਤੋਂ ਬਾਅਦ ਆ ਜਾਓ ਤੁਸੀਂ, ਉਸ ਤੋਂ ਬਾਅਦ ਕੋਈ ਕਾਲ ਨਹੀਂ ਇਹਨਾਂ ਚ ਹੋਈ ਹੈ। 27 ਮਈ ਨੂੰ 29 ਮਈ ਨੂੰ ਮਰਡਰ ਹੁੰਦਾ ਹੈ, 29 ਮਈ ਦੀ ਸ਼ਾਮ ਨੂੰ। 27 ਮਈ ਨੂੰ ਇੱਕ ਫੇਰ ਕਾਨਫਰੰਸ ਕਾਲ ਹੁੰਦੀ ਹੈ ਔਰ ਉਹ ਕਾਨਫਰੰਸ ਕਾਲ ਕਿਹਦੀ ਹੁੰਦੀ ਹੈ? ਜੇਲ੍ਹ 'ਚ ਬੈਠੇ ਉਹਨਾਂ ਹੀ ਲੋਕਾਂ ਦੀ ਜਿਹੜੇ ਇਸ ਮਰਡਰ ਨੂੰ ਐਗਜ਼ੀਕਿਊਟ ਕਰਨਾ ਚਾਹੁੰਦੇ ਸੀ। ਗੋਲਡੀ ਬਰਾੜ, ਕਪੂਰਥਲਾ ਜੇਲ੍ਹ 'ਚ ਟੀਨੂ, ਅਨਮੋਲ ਬਿਸ਼ਨੋਈ, ਇਹਨਾਂ ਸਾਰਿਆਂ ਦੀ ਆਪਸ 'ਚ ਗੱਲ ਹੁੰਦੀ ਹੈ ਔਰ ਟੀਨੂ ਗੋਲਡੀ ਨਾਲ ਕਨੈਕਟ ਕਰਦਾ ਇਹਨਾਂ ਨੂੰ ਸਾਰਿਆਂ ਨੂੰ। ਕਪੂਰਥਲਾ ਜੇਲ੍ਹ 'ਚ, ਯਾਨੀ ਕਪੂਰਥਲਾ ਵੀ ਫੋਨ ਚੱਲ ਰਿਹਾ ਸੀ, ਸੋ ਉਹ ਕਨੈਕਟ ਕਰਦਾ ਹੈ ਔਰ ਉਹ ਕਿਸ ਤਰ੍ਹਾਂ ਫਾਈਨਲ ਐਗਜ਼ੀਕਿਊਸ਼ਨ ਹੋਣੀ ਹੈ ਉਸ ਚੀਜ਼ ਨੂੰ ਪਲਾਨ ਕਰਨ ਲਈ 27 ਮਈ ਨੂੰ ਆਖਰੀ ਕਾਲ ਹੋਈ ਸੀ ਵੀ ਕਿਸ ਤਰ੍ਹਾਂ ਇਸ ਪੂਰੇ ਪਲਾਨ ਨੂੰ ਐਗਜ਼ੀਕਿਊਟ ਕਰਨਾ ਹੈ। ਸੋ ਪਹਿਲੀ ਗੱਲ, ਵੱਡਾ ਖੁਲਾਸਾ ਇਹ ਹੈ ਕਿ ਤਿਹਾੜ ਜੇਲ੍ਹ 'ਚ ਫੋਨ ਚੱਲ ਰਹੇ ਸੀ। ਤਿਹਾੜ ਜੇਲ੍ਹ 'ਚ ਲਾਰੈਂਸ ਬਿਸ਼ਨੋਈ ਔਰ ਬਾਕੀ ਗੈਂਗਸਟਰ ਟੈਲੀਫੋਨ ਇਸਤੇਮਾਲ ਕਰ ਰਹੇ ਸੀ ਔਰ ਪੂਰੀ ਪਲੈਨਿੰਗ ਉਹਨਾਂ ਟੈਲੀਫੋਨਸ ਦੇ ਜ਼ਰੀਏ ਕੈਨੇਡਾ ਤੋਂ ਲੈ ਕੇ ਔਰ ਪੰਜਾਬ ਦੀ ਜੇਲ੍ਹਾਂ ਤੱਕ ਕੀਤੀ ਜਾ ਰਹੀ ਸੀ, ਰਾਜਸਥਾਨ ਦੀ ਜੇਲ੍ਹਾਂ ਤੱਕ ਕੀਤੀ ਜਾ ਰਹੀ ਸੀ। ਵਿੱਚ ਇੱਕ ਹੋਰ ਇੱਕ ਚੀਜ਼ ਮੈਂ ਦੱਸਣੀ ਤੁਹਾਨੂੰ ਭੁੱਲ ਗਿਆ। ਵਿੱਚ ਲਾਰੈਂਸ ਨੂੰ ਕੁਝ ਟਾਈਮ ਲਈ ਅਜਮੇਰ ਜੇਲ੍ਹ ਵੀ ਭੇਜਿਆ ਗਿਆ ਸੀਗਾ, ਤਿਹਾੜ ਤੋਂ ਸ਼ਿਫਟ ਕੀਤਾ ਗਿਆ, ਤਿਹਾੜ ਤੋਂ ਅਜਮੇਰ ਭੇਜਿਆ ਗਿਆ ਸੀਗਾ। ਉਹਨਾਂ ਦਿਨਾਂ 'ਚ ਵੀ ਇਹਨਾਂ ਦੀ ਪਲੈਨਿੰਗ ਸਲੋ ਹੋਈ। ਉੱਥੋਂ ਲੇਕਿਨ ਉਹ 1.5-2 ਮਹੀਨੇ ਬਾਅਦ ਵਾਪਿਸ ਤਿਹਾੜ ਜੇਲ੍ਹ ਆ ਗਿਆ ਤੇ ਇਹਨੇ ਫਿਰ ਆਪਣੀ ਸਪੀਡ ਅਪ ਕੀਤੀ। ਮੈਂ ਇਹ ਮੰਨੂਗਾ ਕਿ ਮੇਨ ਸੈਂਟਰ ਤਿਹਾੜ ਜੇਲ੍ਹ ਹੀ ਸੀਗਾ ਇਹਦਾ ਔਰ ਇਹਦੇ 'ਚ ਪਹਿਲਾਂ ਇਹਨਾਂ ਨੇ ਜੱਗੂ ਭਗਵਾਨਪੁਰੀਆ ਜਿਹੜਾ ਪੰਜਾਬ ਦਾ ਗੈਂਗਸਟਰ ਹੈ, ਮੰਡੋਲੀ ਬੰਦ ਹੈ। ਮੈਂ ਤਾਂ ਇਸ ਗੱਲ ਨੂੰ ਬੜਾ ਹੈਰਾਨ ਆ ਕਿ ਕਿਉਂ ਇਹ ਗੈਂਗਸਟਰ ਦੂਜੀ ਜੇਲ੍ਹਾਂ 'ਚ ਚਲੇ ਜਾਂਦੇ ਆ ਔਰ ਫਿਰ ਆਪਣੀ ਸਟੇਟ 'ਚ ਵਾਪਸ ਨਹੀਂ ਆਉਣਾ ਚਾਹੁੰਦੇ। ਬੜੇ ਹਾਈ ਪ੍ਰੋਫਾਈਲ ਗੈਂਗਸਟਰਸ ਮੈਨੇਜ ਕਰਕੇ ਤਿਹਾੜ ਪਹੁੰਚ ਜਾਂਦੇ ਆ ਕਿਸੇ ਤਰ੍ਹਾਂ। ਤਾਂ ਪਹੁੰਚ ਜਾਂਦੇ ਆ ਕਿ ਉੱਥੇ ਹੋਰ ਬਹੁਤ ਸਾਰੇ ਗੈਂਗਸਟਰ ਬੰਦੇ ਆ। ਜਦੋਂ ਉਹਨਾਂ ਗੈਂਗਸਟਰਸ ਦੇ ਹੋਰ ਗੁਰਗੇ ਇਹਨਾਂ ਦੇ ਨਾਲ ਮਿਲ ਜਾਂਦੇ ਆ ਤੇ ਬਾਹਰ ਮੰਨ ਲਓ ਪਹਿਲਾਂ ਲਾਰੈਂਸ ਸਿਰਫ ਰਾਜਸਥਾਨ ਔਰ ਪੰਜਾਬ 'ਚ ਆਪਰੇਟ ਕਰ ਰਿਹਾ ਹੈ, ਹੁਣ ਹਾਸ਼ਿਮ ਬਾਬਾ ਮੰਨ ਲਓ ਕਿ ਉੱਤਰ ਪ੍ਰਦੇਸ਼ ਦਾ ਹੈਗਾ, ਮੰਨ ਲਓ ਕੋਈ J&K ਦਾ ਉੱਥੇ ਬੰਦਾ ਹਾਰਡਕੋਰ ਕ੍ਰਿਮੀਨਲ ਬੈਠਾ ਹੈ, ਕੋਈ ਮੱਧ ਪ੍ਰਦੇਸ਼ ਦਾ ਬੈਠਾ ਹੈ, ਕੋਈ ਮੰਨ ਲਓ ਬੈਂਗਲੌਰ ਦਾ ਬੈਠਾ ਹੈ। ਉਹ ਉਹਨਾਂ ਨਾਲ ਚੇਨ ਅਪ ਹੋ ਕੇ ਜਿਹੜੇ ਉਹਨਾਂ ਦੇ ਗੁਰਗੇ ਆ ਇੱਕ ਦੂਜੇ ਨੂੰ ਜਦੋਂ ਕੰਮ ਆਉਂਦੇ ਆ, ਫਿਰੌਤੀਆਂ ਮੰਗਣੀਆਂ ਹੈ, ਕਿਸੇ ਦੀ ਕਿਲਿੰਗ ਕਰਵਾਉਣੀ ਹੈ, ਕਿਡਨੈਪਿੰਗ ਕਰਵਾਉਣੀ ਹੈ, ਇਹ ਲੋਕ ਇੱਕ ਦੂਜੇ ਦੇ ਗੁਰਗੇ ਇਸਤੇਮਾਲ ਕਰਦੇ ਆ। ਫਿਰ ਮੰਨ ਲਓ ਕਿ ਬੈਂਗਲੌਰ ਕੰਮ ਹੈ ਤੇ ਬਿਸ਼ਨੋਈ ਕਹੇਗਾ ਕਿ ਬੈਂਗਲੌਰ ਵਾਲੇ ਨੂੰ ਤੂੰ ਮੈਨੂੰ ਆਪਣਾ ਬੰਦਾ ਦੇ ਦੇ, ਔਰ ਅਗਰ ਮੰਨ ਲਓ ਕਿ ਪੰਜਾਬ 'ਚ ਕੋਈ ਕੰਮ ਕਰਾਉਣਾ ਤਾਂ ਇਹ ਕਹੇਗਾ ਬੈਂਗਲੌਰ ਦਾ ਬੰਦਾ ਬੁਲਾ ਲਓ, ਫਿਰ ਉੱਥੇ ਚਲਾ ਜਾਏਗਾ ਤੇ ਪੁਲਿਸ ਨੂੰ ਲੱਭਣ 'ਚ ਬੜੀ ਦਿੱਕਤ ਆਏਗੀ। ਸੇਮ ਇਸੇ ਤਰ੍ਹਾਂ ਅਗਰ ਮੰਨ ਲਓ ਕਿ ਪੰਜਾਬ ਦਾ ਬੰਦਾ ਤੁਸੀਂ ਮਹਾਰਾਸ਼ਟਰ ਭੇਜ ਦਿੰਦੇ ਹੋ, ਵਾਪਸ ਆ ਜਾਂਦੇ ਤਾਂ ਉੱਥੇ ਦੀ ਪੁਲਿਸ ਨੂੰ ਲੱਭਣ 'ਚ ਦਿੱਕਤ ਆਉਂਦੀ ਹੈ। ਸੋ ਇਹ ਲੋਕ ਤਾਂ ਜੇਲ੍ਹਾਂ 'ਚ ਬੈਠ ਕੇ ਆਪਣਾ ਸਿਸਟਮ ਮਜ਼ਬੂਤ ਕਰ ਰਹੇ। ਸੋ ਮੈਂ ਜੋ ਗੱਲ ਸਮਝਾ ਵੀ ਪਹਿਲੇ 2 ਰੇਕੀਜ਼ ਦੇ ਵਿੱਚ ਗੋਲਡੀ ਬਰਾੜ ਦਾ ਕੋਈ ਨਹੀਂ ਸੀਗਾ। ਨਵੰਬਰ ਦੇ ਵਿੱਚ ਗੋਲਡੀ ਬਰਾੜ ਐਂਟਰ ਹੋਏ ਔਰ ਪੂਰਾ ਪਲਾਨ ਉੱਥੋਂ ਸਾਰਾ ਇਹ ਕੀਤਾ ਗਿਆ। ਫਾਈਨਲ ਐਗਜ਼ੀਕਿਊਸ਼ਨ 29 ਮਈ ਨੂੰ ਕੀ ਹੋਇਆ, ਕਿਸ ਤਰ੍ਹਾਂ ਐਗਜ਼ੀਕਿਊਸ਼ਨ ਹੋਈ, ਕਿਉਂਕਿ ਵੈਪਨ ਰਿਜੈਕਟ ਹੋਏ ਸੀ, ਕਿਉਂਕਿ ਸਾਨੂੰ ਸਮਾਲ ਵੈਪਨ ਨਹੀਂ ਕੰਮ ਚੱਲੇਗਾ, ਸਾਨੂੰ ਸੋਫਿਸਟੀਕੇਟਡ ਵੈਪਨ ਚਾਹੀਦੇ। 29 ਮਈ ਨੂੰ ਐਗਜ਼ੀਕਿਊਸ਼ਨ ਕਿਸ ਤਰ੍ਹਾਂ ਕੀਤੀ ਇਹਨਾਂ ਨੇ, ਇਹ ਸਭ ਤੋਂ ਵੱਡਾ ਖੁਲਾਸਾ ABP ਸਾਂਝਾ ਤੇ ਸਾਰੇ ਦਰਸ਼ਕ ਸੁਣਨਗੇ। ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ 'ਚ ਇਹ ਬੋਲਿਆ ਗਿਆ, SGS ਧਾਲੀਵਾਲ ਜਿਹੜੇ ਸਪੈਸ਼ਲ ਕਮਿਸ਼ਨਰ ਦਿੱਲੀ ਪੁਲਿਸ ਦੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਸਪੈਸ਼ਲ ਸੈੱਲ ਦੇ, ਉਹਨਾਂ ਨੇ ਕਿਹਾ ਕਿ AK-47 ਦਾ ਇਸਤੇਮਾਲ ਹੋਇਆ ਹੈ ਔਰ ਇਹ ਗ੍ਰੇਨੇਡ ਅਟੈਕ ਵੀ ਕਰ ਸਕਦੇ ਸੀ। ਉਹਦਾ ਲਾਂਚਰ ਜਿਹੜਾ ਸੀਗਾ ਇਹਨਾਂ ਕੋਲ ਉਹ ਫੜਿਆ ਗਿਆ। AK-47 ਲੇਕਿਨ ਰਿਕਵਰ ਨਹੀਂ ਹੋਈ। ਅਸੀਂ ਦੱਸਦੇ ਹਾਂ AK-47 ਕਿੱਥੋਂ ਲਈ ਸੀ। ਲਾਰੈਂਸ ਨੇ 8 ਲੱਖ ਰੁਪਏ 'ਚ, ਇਹ ਵੱਡੀ ਖਬਰ ਹੈ ਇਸ ਟਾਈਮ ਦੀ, ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ AK-47 ਰਾਈਫਲ ਬੁਲੰਦ ਸ਼ਹਿਰ ਦੇ ਇੱਕ ਬੰਦੇ ਤੋਂ 8 ਲੱਖ ਰੁਪਏ 'ਚ ਖਰੀਦੀ ਸੀ ਔਰ ਉਹ ਬੰਦਾ ਕੁਰਬਾਨ ਨਾਮ ਦਾ ਆਦਮੀ ਸੀਗਾ। ਉਸ ਤੋਂ ਕੁਰਬਾਨ ਤੋਂ ਇਹ AK-47 ਖਰੀਦੀ ਗਈ ਔਰ ਗਾਜ਼ੀਆਬਾਦ 'ਚ ਇਹਨੂੰ ਰੱਖਿਆ ਗਿਆ। ਗਾਜ਼ੀਆਬਾਦ 'ਚ ਉਹਨਾਂ ਨੇ ਆਪਣੇ ਇੱਕ ਕੰਟੈਕਟਸ ਕੋਲ ਰੱਖਿਆ ਇਹਨੂੰ ਔਰ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਸ਼ੂਟਰ ਅਸੀਂ ਸਿਲੈਕਟ ਕਰਾਂਗੇ ਉਹ ਸ਼ੂਟਰ ਨੂੰ ਇਹ ਹੈਂਡਓਵਰ ਕਰਨੀ ਹੈ। ਯਾਨੀ AK-47 ਪ੍ਰੋਕਿਉਰ ਕਰਨਾ ਵੀ ਲਾਰੈਂਸ ਬਿਸ਼ਨੋਈ ਦਾ ਹੀ ਦਿਮਾਗ ਸੀਗਾ, ਕਿਉਂਕਿ ਜਦੋਂ ਸ਼ਾਹਰੂਖ ਵਗੈਰਾ ਨੇ ਅਗਸਤ ਤੋਂ ਸਤੰਬਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਘਰੇ ਆ ਕੇ ਰੈਕੀ ਕੀਤੀ, ਹਾਸ਼ਿਮ ਬਾਬਾ ਨੇ ਉਹਨਾਂ ਨੂੰ ਭੇਜਿਆ, ਉਹਨਾਂ ਨੇ ਦੇਖਿਆ ਕਿ ਪਿਸਤੌਲਾਂ ਨਾਲ ਇਹ ਮਰਡਰ ਕੇਸ ਅਸੀਂ ਅੰਜਾਮ ਨਹੀਂ ਦੇ ਸਕਦੇ ਤੇ ਉਹਨਾਂ ਨੇ ਕਿਹਾ ਵੀ ਸੋਫਿਸਟੀਕੇਟਡ ਵੈਪਨ ਚਾਹੀਦੇ ਹੋਣਗੇ। ਮੋਹਨ ਸਿੰਘ ਮੋਨਾ ਨੂੰ ਦੱਸਿਆ, ਉਹਨੇ ਇਹ ਗੱਲ ਅੱਗੇ ਲਾਰੈਂਸ ਤੱਕ ਪਹੁੰਚਾਤੀ। ਸੋ ਲਾਰੈਂਸ ਦਾ ਦਿਮਾਗ ਉਸੇ ਟਾਈਮ ਚੱਲਣਾ ਸ਼ੁਰੂ ਹੋ ਗਿਆ ਸੀ ਕਿ ਬੁਲਟ ਪ੍ਰੂਫ ਗੱਡੀ ਹੈ, ਬੁਲਟ ਪ੍ਰੂਫ ਜੈਕਟ ਪਾਉਂਦਾ ਹੈ, ਐਸਾ ਵੈਪਨ ਚਾਹੀਦਾ ਹੈ ਜਿਹਦੇ 'ਚ ਬਚ ਹੀ ਨਾ ਪਾਵੇ ਕਿਸੇ ਵੀ ਹਾਲ 'ਚ। ਸੋ ਇਹਨਾਂ ਨੇ ਬੁਲੰਦ ਸ਼ਹਿਰ ਦੇ ਕੁਰਬਾਨ ਨਾਮ ਦੇ ਸ਼ਖਸ ਤੋਂ
ਇੱਕ AK-47 ਖਰੀਦੀ, ਉਹਨੂੰ ਗਾਜ਼ੀਆਬਾਦ 'ਚ ਰੱਖਿਆ ਔਰ ਗਾਜ਼ੀਆਬਾਦ 'ਚ ਜਦੋਂ ਸ਼ੂਟਰ ਤੈਅ ਹੋ ਗਏ ਕਿ ਮਨਪ੍ਰੀਤ ਮੰਨੂ ਨੇ ਇਹ ਚਲਾਣੀ ਹੈ, ਪ੍ਰਿਯਵਰਤ ਨੇ ਇਹ ਚਲਾਣੀ ਹੈ, ਅੰਕਿਤ ਨੇ ਇਹਦਾ ਇਸਤੇਮਾਲ ਕਰਨਾ ਹੈ, ਜਦੋਂ ਮਨੂ ਡਾਗਰ ਨੇ ਇਹ ਸਭ ਗੁਰਗੇ ਤੈਅ ਕਰਤੇ ਗੋਲਡੀ ਬਰਾੜ ਨਾਲ ਮਿਲ ਕੇ ਕਿ ਇਹ ਸ਼ੂਟਰ ਹੋਣਗੇ, ਤੇ ਉਹ AK-47 ਜਦੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਮਨਪ੍ਰੀਤ ਮੰਨੂ ਦੇ ਹੱਥ ਸੀ। ਔਰ ਜਿਹੜਾ ਬ੍ਰਸਟ ਮਾਰਿਆ ਗਿਆ ਉੱਥੇ ਸਿੱਧੂ ਮੂਸੇਵਾਲਾ ਨੂੰ ਜਵਾਹਰ ਕੇ ਪਿੰਡ ਦੀ ਫਿਰਨੀ ਤੇ, ਉਹ AK-47 ਦਾ ਇਸਤੇਮਾਲ ਮਨਪ੍ਰੀਤ ਮੰਨੂ ਨੇ ਕੀਤਾ, ਜਿਹੜੀ AK-47 ਮੂਸੇਵਾਲਾ ਮਰਡਰ ਕੇਸ ਲਈ ਕੁਰਬਾਨ ਤੋਂ 8 ਲੱਖ ਰੁਪਏ 'ਚ ਲਾਰੈਂਸ ਬਿਸ਼ਨੋਈ ਨੇ ਖਰੀਦੀ ਸੀ। ਹੁਣ ਤਾਜੁਬ ਦੀ ਗੱਲ ਕੀ ਹੈ, ਜੋ ਅਸੀਂ ਇਨਵੈਸਟੀਗੇਟ ਕਰ ਰਹੇ ਸੀ, ਅਸੀਂ ਸਵਾਲ ਵੀ ਪੁੱਛਦੇ ਹਾਂ। ਅਸੀਂ ਇਹ ਕਹਿੰਦੇ ਹਾਂ ਪੁਲਿਸ ਵਾਲਿਆਂ ਨੂੰ ਕਿ ਬਈ ਇੰਨੇ ਸਾਲਾਂ ਤੋਂ ਇਹ ਗੈਂਗਸਟਰ ਅੰਦਰ ਬੰਦ ਹੈ, ਵਕੀਲਾਂ ਦੀਆਂ ਇੰਨੀਆਂ ਫੀਸਾਂ ਦਿੱਤੀਆਂ ਜਾ ਰਹੀਆਂ, 5-5 ਲੱਖ ਦੇ 4-4 ਲੱਖ ਦੇ ਵਕੀਲ ਕਰ ਲੈਂਦੇ ਆ, ਸੁਪਰੀਮ ਕੋਰਟ ਹਾਈ ਕੋਰਟ 'ਚ ਵਧੀਆ ਵਕੀਲ ਕਰਦੇ ਆ, ਇਹ ਪੈਸੇ ਕਿੱਥੋਂ ਆ ਰਹੇ ਆ, ਕੌਣ ਇਹ ਪੈਸੇ ਦੇ ਰਿਹਾ? ਪੁਲਿਸ ਇਸ ਚੇਨ ਨੂੰ ਕਿਉਂ ਨਹੀਂ ਤੋੜਦੀ? ਅਸੀਂ ਤਾਂ ਵਿਦੇਸ਼ਾਂ 'ਚ ਦੇਖਿਆ ਨਾਰਕੋ ਟੈਰਰਿਜ਼ਮ 'ਚ ਜਿਹੜਾ ਵੀ ਆਦਮੀ ਇਨਵੋਲਵ ਹੁੰਦਾ, ਸਭ ਤੋਂ ਪਹਿਲਾਂ ਉਹਨੂੰ ਇਕਨੋਮਿਕਲੀ ਆਰਥਿਕ ਤੌਰ ਤੇ ਉਹਨੂੰ ਇੰਨਾ ਕਮਜ਼ੋਰ ਕਰ ਦਿੱਤਾ ਜਾਂਦਾ ਹੈ ਕਿ ਉਹ ਬੰਦਾ ਆਪਣੇ ਪਰਿਵਾਰ ਔਰ ਆਪਣੇ ਗੁਜ਼ਰ ਬਸਰ ਕਰਨ ਲਈ ਉਹਦੇ ਲਾਲੇ ਹੋ ਜਾਂਦੇ ਆ। ਨਾ ਉਹਨੂੰ ਕੋਈ ਕ੍ਰੈਡਿਟ ਕਾਰਡ ਬਣਦਾ ਹੈ, ਨਾ ਉਹਨੂੰ ਕੋਈ ਲੋਨ ਦਿੰਦਾ ਹੈ, ਨਾ ਉਹਨੂੰ ਕੋਈ ਉਧਾਰ ਦਿੰਦਾ ਹੈ। ਮੈਂ ਕਿਹਾ ਇਹਨਾਂ ਨੂੰ ਤਾਂ ਨਾ ਉਧਾਰ ਮੰਗਣ ਦੀ ਲੋੜ ਪੈਂਦੀ, ਨਾ ਲੋਨ ਲੈਣ ਦੀ ਲੋੜ ਪੈਂਦੀ, ਇਹਨਾਂ ਦੇ ਪੈਸੇ ਤਾਂ 8-8 ਲੱਖ ਦੀਆਂ ਅਸੌਲਟਾਂ ਕਿੱਥੋਂ ਆਈ ਜਾ ਰਹੀਆਂ? ਕੌਣ? ਪੁਲਿਸ ਇਹ ਚੇਨ ਬ੍ਰੇਕ ਕਿਉਂ ਨਹੀਂ ਕਰਦੀ? ਅਗਰ ਕ੍ਰਾਈਮ ਨੂੰ ਰੋਕਣਾ ਤੇ ਚੇਨ ਬ੍ਰੇਕ ਕਰਨੀ ਪਏਗੀ। ਦੂਜੀ ਇੰਪੋਰਟੈਂਟ ਗੱਲ ਹੈ ਕਿ ਭਾਈ ਜਦ ਤੱਕ ਤੁਸੀਂ ਜੇਲ੍ਹਾਂ ਨੂੰ ਫੋਨ ਫ੍ਰੀ ਨਹੀਂ ਕਰੋਗੇ, ਉਦੋਂ ਤੱਕ ਇਸ ਤਰ੍ਹਾਂ ਦੀ ਪਲੈਨਿੰਗਸ ਜਿਹੜੀਆਂ ਉਹ ਨਹੀਂ ਰੁਕ ਸਕਦੀਆਂ। ਤੀਜੀ ਇੰਪੋਰਟੈਂਟ ਗੱਲ ਕੀ ਹੈ ਕਿ ਪੈਸੇ ਦੀ ਆਖਿਰਕਾਰ ਕਿਉਂ ਚਿੰਤਾ ਨਹੀਂ ਹੁੰਦੀ ਇਹਨਾਂ ਨੂੰ? ਅਗਰ ਇੰਨਾ ਵੱਡਾ ਆਪਰੇਸ਼ਨ ਅੰਜਾਮ ਦਿੱਤਾ ਇਹਨਾਂ ਨੇ ਤੇ ਪੈਸਾ ਕਿੱਥੋਂ ਆ ਰਿਹਾ ਸੀ? ਜੋ ਮੈਨੂੰ ਮੇਰੀ ਜਾਂਚ 'ਚ ਪਤਾ ਲੱਗਿਆ ਹੈ, ਜਿੰਨੀ ਮੇਰੀ ਪੁਲਿਸ ਆਫੀਸਰਸ ਇਸ ਕੇਸ ਦੀ ਜਾਂਚ ਕਰਨ ਵਾਲਿਆਂ ਨਾਲ ਗੱਲ ਹੋਈ ਹੈ, ਉਹ ਕਹਿ ਰਹੇ ਕਿ ਕੋਈ ਹਿਊਜ ਟ੍ਰਾਂਜੈਕਸ਼ਨ ਨਹੀਂ ਹੋਈ ਹਲੇ। ਫਾਰ ਐਗਜ਼ਾਮਪਲ ਪ੍ਰਿਯਵਰਤ ਫੌਜੀ ਨੂੰ ਜਾਂ ਅੰਕਿਤ ਨੂੰ ਕਿਸੇ ਨੇ ਆ ਕੇ 50,000 ਰੁਪਇਆ ਫੜਾਤਾ। ਤੁਸੀਂ ਇੰਨਾ ਵੱਡਾ ਇੱਕ ਬੰਦਾ ਮਾਰ ਰਹੇ ਹੋ, ਇੰਨੀ AK-47 ਆ ਰਹੀਆਂ ਤੁਹਾਡੇ ਕੋਲ ਔਰ ਇੰਨੀਆਂ ਗੱਡੀਆਂ ਆ ਰਹੀਆਂ, ਇੰਨਾ ਤਾਮਝਾਮ ਲੱਗਿਆ, ਇੰਨੇ ਤੁਹਾਨੂੰ ਰੈਕੀ ਕਰਨ ਵਾਲੇ ਤੁਹਾਨੂੰ ਹਾਇਰ ਕਰਨੇ ਪੈ ਰਹੇ, ਕਿਸੇ ਨੂੰ 5,000 ਦੇਤਾ, ਕਿਸੇ 7,000 ਦੇਤਾ, ਲੇਕਿਨ ਇਹ ਪੈਸਾ ਸਾਰਾ ਆ ਕਿੱਥੋਂ ਰਿਹਾ? ਤੁਹਾਡੀ ਸਿਕਿਉਰਿਟੀ, ਕੋਈ ਵੀ ਗੈਂਗਸਟਰ ਹੈ ਆਪਣੀ ਸਿਕਿਉਰਿਟੀ ਲਈ ਨਾਮੀ ਵਕੀਲ ਕਰਕੇ ਸੁਪਰੀਮ ਕੋਰਟ ਪਹੁੰਚ ਜਾਂਦਾ, ਹਾਈ ਕੋਰਟ ਪਹੁੰਚ ਜਾਂਦਾ। ਇਹਨਾਂ ਕੋਲ ਪੈਸੇ ਕਿੱਥੋਂ ਆ ਰਹੇ? ਕਿਉਂ ਇਹ ਚੇਨ ਬ੍ਰੇਕ ਨਹੀਂ ਹੁੰਦੀ? ਕਿਉਂ ਜੇਲ੍ਹਾਂ 'ਚ ਫੋਨ ਇਹਨਾਂ ਨੂੰ ਇਸਤੇਮਾਲ ਕੌਣ ਕਰਨ ਦੀ ਇਜਾਜ਼ਤ ਦੇ ਰਿਹਾ? ਜੇ ਲਾਰੈਂਸ ਬਿਸ਼ਨੋਈ ਨੂੰ ਇਸ ਮਰਡਰ ਕੇਸ ਤੋਂ ਬਾਅਦ ਤੁਸੀਂ ਇੰਟੈਰੋਗੇਟ ਕਰਕੇ ਦੁਬਾਰਾ ਫਿਰ ਉਸੇ ਤਰ੍ਹਾਂ ਚੱਲਣ ਦੋਗੇ ਤੇ ਇਹਨਾਂ ਨੂੰ ਫੋਨ ਦੇ ਦੋਗੇ, ਹਟ ਜਾਣਗੇ? ਇਹ ਨਹੀਂ ਹਟਣਗੇ। ਸਵਾਲ ਇਹ ਹੈ ਕਿ ਇਸ ਵਾਰਦਾਤ ਤੋਂ ਬਾਅਦ ਲਾਰੈਂਸ ਬਿਸ਼ਨੋਈ ਫੋਨ ਨੂੰ ਤਰਸ ਜਾਏਗਾ, ਇਸ ਗੱਲ ਦੀ ਗਾਰੰਟੀ ਦੇਵੇਗੀ ਪੁਲਿਸ? ਦਿੱਲੀ ਪੁਲਿਸ, ਪੰਜਾਬ ਪੁਲਿਸ, ਤਿਹਾੜ ਜੇਲ੍ਹ, ਪੰਜਾਬ ਦੀਆਂ ਜੇਲ੍ਹਾਂ ਦੇ ਬੰਦੇ ਜਿੱਥੇ ਰਹਿਣਗੇ। ਜਦੋਂ ਲਾਰੈਂਸ ਬਿਸ਼ਨੋਈ ਨੂੰ ਐਗਜ਼ੀਕਿਊਟ ਕਰਤਾ, ਮਤਲਬ ਲਾਰੈਂਸ ਬਿਸ਼ਨੋਈ ਦਾ ਪਲਾਨ ਜਿਹੜਾ ਐਗਜ਼ੀਕਿਊਟ ਹੋਇਆ, ਮਰਡਰ ਹੋ ਗਿਆ, ਕੀ ਇਹ ਫਾਈਨਲ, ਕਿਉਂਕਿ ਡੈਸਪਰੇਟ ਬਹੁਤ ਸੀ ਲਾਰੈਂਸ ਬਿਸ਼ਨੋਈ, ਪਹਿਲੀ ਇੱਕ ਰੇਕੀ ਕਰਾਈ, ਫਿਰ ਦੂਸਰੀ ਕਰਾਈ, ਗੋਲਡੀ ਬਰਾੜ ਨੂੰ ਇੰਗੇਜ ਕੀਤਾ, ਸ਼ੂਟਰਸ ਇੰਗੇਜ ਕੀਤੇ, ਉਹਨੂੰ ਇਨਫੋਰਮ ਕੀਤਾ ਗਿਆ ਕਿ ਜੌਬ ਡਨ ਹੈ, ਹੋ ਗਿਆ ਹੈ? ਬੜਾ ਵੈਲਿਡ ਸਵਾਲ ਹੈ ਤੁਹਾਡਾ। ਇਹ ਸਵਾਲ ਅਸੀਂ ਜਾਣਨ ਲਈ ਕਿ ਲਾਰੈਂਸ ਬਿਸ਼ਨੋਈ ਨੂੰ ਕਿਵੇਂ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਦੀ ਕਿਲਿੰਗ ਹੋ ਗਈ ਹੈ? ਕਿਆ ਗੋਲਡੀ ਬਰਾੜ ਨੇ ਦੱਸਿਆ? ਕਿਆ ਉਹਦੇ ਭਰਾ ਅਨਮੋਲ ਬਿਸ਼ਨੋਈ ਨੇ ਦੱਸਿਆ? ਮੈਂ ਪਤਾ ਨਹੀਂ ਕਿੰਨੇ ਅਫਸਰਾਂ ਨੂੰ ਇਹ ਸਵਾਲ ਪੁੱਛਿਆ ਹੋਏਗਾ ਕਿ ਲਾਰੈਂਸ ਬਿਸ਼ਨੋਈ ਨੂੰ ਖਬਰ ਕਿਵੇਂ ਦਿੱਤੀ ਗਈ। ਸੁਣ ਕੇ ਤਾਜੁਬ ਹੋਗੇ ਔਰ ਤੁਸੀਂ ਟੈਲੀਵਿਜ਼ਨ ਸਕਰੀਨ ਤੇ ਪਹਿਲੀ ਵਾਰ ਸੁਣੋਗੇ। ਇਹ ਖਬਰ ਕੈਨੇਡਾ ਤੋਂ ਹੀ ਲਾਰੈਂਸ ਬਿਸ਼ਨੋਈ ਨੂੰ ਦਿੱਤੀ ਗਈ ਕਿ ਗਿਆਨੀ का काम हो गया, मतलब मर्डर हो गया। और ਦਿੱਤੀ ਕਿਨੇ? ਗੋਲਡੀ ਬਰਾੜ ਨੇ ਨਹੀਂ ਦਿੱਤੀ। ਸਾਰੇ ਸੋਚ ਰਹੇ ਹੋਣਗੇ ਕਿ ਗੋਲਡੀ ਬਰਾੜ ਨੇ ਦਿੱਤੀ ਹੋਣੀ, ਕਿਉਂਕਿ ਗੋਲਡੀ ਬਰਾੜ ਕੈਨੇਡਾ ਰਹਿੰਦਾ ਔਰ ਇਸ ਪੂਰੇ ਕੇਸ ਨੂੰ ਐਗਜ਼ੀਕਿਊਟ ਕਰ ਰਿਹਾ ਸੀ। ਸਤਵੀਰ ਨਾਂ ਦਾ ਇੱਕ ਸ਼ਖਸ ਹੈ, ਅਬੋਹਰ ਦਾ ਰਹਿਣ ਵਾਲਾ ਹੈ, ਲੇਕਿਨ ਹੁਣ ਕੈਨੇਡਾ 'ਚ ਰਹਿੰਦਾ ਹੈ। ਉਹ ਵੀ ਲਾਰੈਂਸ ਬਿਸ਼ਨੋਈ ਦੇ ਟੱਚ ਸੀ। ਉਹਨੇ ਮੂਸੇਵਾਲਾ ਦੀ ਹੱਤਿਆ ਦੇ ਅੱਧੇ ਘੰਟੇ ਬਾਅਦ ਇਹ ਖਬਰ ਲਾਰੈਂਸ ਬਿਸ਼ਨੋਈ ਨੂੰ ਤਿਹਾੜ ਜੇਲ੍ਹ 'ਚ ਦਿੱਤੀ, ਟੈਲੀਫੋਨ ਦੇ ਜ਼ਰੀਏ ਦਿੱਤੀ ਕਿ ਮੂਸੇਵਾਲਾ ਦਾ ਕੰਮ ਹੋ ਗਿਆ। ਸੋ ਜੋ ਲਾਰੈਂਸ ਬਿਸ਼ਨੋਈ ਨੇ ਪੂਰੀ ਜਾਂਚ ਦੇ ਦੌਰਾਨ ਦੱਸਿਆ ਹੈ, ਅਸੀਂ ਉਸੇ ਹਵਾਲੇ ਨਾਲ, ਜਾਂ ਜੋ ਪੁਲਿਸ ਨੇ ਜਾਂਚ ਕੀਤੀ ਹੈ, ਅਸੀਂ ਉਸੇ ਹਵਾਲੇ ਨਾਲ ਇਹ ਸਾਰਾ ਮਰਡਰ ਦਾ ਪਲਾਟ ਤੁਹਾਨੂੰ ਸਮਝਾ ਰਹੇ ਹਾਂ। ਸੋ ਸਤਵੀਰ ਸਿੰਘ ਮੂਸੇਵਾਲਾ ਮਰਡਰ ਕੇਸ 'ਚ 29 ਮਈ ਨੂੰ ਮਰਡਰ ਦੇ ਅੱਧੇ ਘੰਟੇ ਬਾਅਦ ਕੈਨੇਡਾ ਤੋਂ ਤਿਹਾੜ ਜੇਲ੍ਹ 'ਚ ਲਾਰੈਂਸ ਬਿਸ਼ਨੋਈ ਨੂੰ ਫੋਨ ਤੇ ਇਹ ਕਹਿੰਦਾ ਹੈ ਕਿ ਮੂਸੇਵਾਲਾ ਦਾ ਕੰਮ ਹੋ ਗਿਆ। ਔਰ ਇਸ ਤਰ੍ਹਾਂ 29 ਮਈ ਨੂੰ ਇਹ ਮਰਡਰ ਐਗਜ਼ੀਕਿਊਟ ਕੀਤਾ ਗਿਆ। ਇਹਨਾਂ ਦੀਆਂ ਜਿਹੜੀਆਂ ਅਟੈਂਪਟ ਸੀਗੀਆਂ, ਉਹ ਮੰਨ ਲਓ ਸਤੰਬਰ 'ਚ ਅਟੈਂਪਟ ਕੀਤੀ, ਨਵੰਬਰ 'ਚ ਅਟੈਂਪਟ ਕੀਤੀ, ਵਿੱਚ ਜਨਵਰੀ 'ਚ ਕੀ ਹੋਇਆ ਕਿ ਜਦੋਂ ਫਰਵਰੀ 'ਚ ਪੰਜਾਬ 'ਚ ਇਲੈਕਸ਼ਨ ਸੀ, ਸਿੱਧੂ ਮੂਸੇਵਾਲਾ ਆਪ ਲੜ ਰਹੇ ਸੀਗੇ ਮਾਨਸਾ ਤੋਂ,
ਉਸ ਇਲੈਕਸ਼ਨ ਦੇ ਦੌਰਾਨ ਵੀ 1 ਜਨਵਰੀ 'ਚ ਰੈਕੀ ਕੀਤੀ ਗਈ ਕਿ ਕਿਆ ਹੁਣ ਹੋ ਸਕਦਾ ਹੈ ਭੀੜ ਭਾੜ 'ਚ ਅੰਦਰ ਵੜ ਕੇ ਕਿਸੇ ਇਸ ਤਰ੍ਹਾਂ ਕਰਕੇ ਅਗਰ ਅਸੀਂ ਵੜ ਜਾਈਏ। ਲੇਕਿਨ ਪੁਲਿਸ ਦੀ ਵਰਦੀਆਂ ਪਾ ਕੇ ਚਲੇ ਜਾਈਏ ਅੰਦਰ, ਸਿਕਿਉਰਿਟੀ ਇੰਨੀ ਹੁੰਦੀ ਹੈ ਨਹੀਂ ਪਤਾ ਲੱਗੇਗਾ। ਪਰ ਉਹਨਾਂ ਨੂੰ ਇਹ ਸੀ ਵੀ ਐਸਕੇਪ ਰੂਟ ਕੀ ਹੋਏਗਾ ਸਾਡਾ, ਨਿਕਲਾਂਗੇ ਕਿਸ ਤਰ੍ਹਾਂ ਉੱਥੋਂ। ਜੇ ਮੰਨ ਲਓ ਇੱਕ ਵੀ ਬੰਦਾ ਉੱਥੇ ਮੌਕੇ ਤੇ ਫੜਿਆ ਗਿਆ ਜਾਂ ਮੰਨ ਲਓ ਇੰਜਰਡ ਹੋ ਗਿਆ, ਫਾਇਰਿੰਗ ਹੋ ਗਈ ਜਾਂ ਐਕਸਪੋਜ਼ ਹੋ ਜਾਏਗਾ। ਦੂਜਾ ਕੀ ਹੈ ਕਿ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਸੀਗੇ, ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਲੱਗੇ ਹੋਏ ਸੀਗੇ, ਤੇ ਇਹਨਾਂ ਨੂੰ ਲੱਗਿਆ ਕਿ ਸਾਡੀ ਤੇ ਫਸਟ ਪਿਕਚਰ ਹੀ ਉੱਥੇ ਆ ਜਾਏਗੀ। ਜਾਂ ਮੰਨ ਲਓ ਪਬਲਿਕ ਹੋਏ, ਕੋਈ ਪਬਲਿਕ ਹੀ ਫੜ ਲੈਂਦੀ ਹੈ, ਜਿੱਥੇ ਪੋਲੀਟੀਕਲ ਲੋਕ ਜਮਾ ਹੁੰਦੇ ਆ ਉੱਥੇ ਲੋਕ ਵੀ ਹੁੰਦੇ ਆ। ਸੋ ਇਹਨਾਂ ਨੇ ਉਹ ਰਿਸਕ ਨਹੀਂ ਲਿਆ। ਲੇਕਿਨ ਲਾਰੈਂਸ ਬਿਸ਼ਨੋਈ ਦੀ ਨਾਰਾਜ਼ਗੀ ਇਹਨਾਂ ਬਦਮਾਸ਼ਾਂ ਨੂੰ, ਇਹਨਾਂ ਕਿਲਰਸ ਲਈ ਇੰਨੀ ਇੰਪੋਰਟੈਂਟ ਸੀ ਕਿ ਉਸ ਦਿਨ ਜੋ ਦਿੱਲੀ ਪੁਲਿਸ ਵੀ ਕਹਿੰਦੀ ਹੈ ਕਿ ਉਸ ਦਿਨ ਇਹ ਮਿੱਥ ਕੇ ਆਏ ਸੀ ਕਿ ਅੱਜ ਭਾਵੇਂ ਕੁਝ ਵੀ ਕਰਨਾ ਪੈ ਜਾਵੇ, ਅੱਜ ਇਹ ਮਰਡਰ ਕੇਸ ਕਰਨਾ ਹੀ ਕਰਨਾ ਹੈ। ਕਿਉਂ ਕਰਨਾ ਹੈ? ਕਿਉਂਕਿ 13-14 ਮਈ ਨੂੰ, ਯਾਨੀ ਤਕਰੀਬਨ 15 ਦਿਨ ਪਹਿਲੇ ਗੋਲਡੀ ਬਰਾੜ ਨਾਲ ਖੈਬੜਿਆ ਸੀ ਲਾਰੈਂਸ ਬਿਸ਼ਨੋਈ ਕਿ ਤੁਹਾਨੂੰ ਇੰਨੇ ਦਿਨ ਹੋ ਗਏ ਤੁਸੀਂ ਕੰਮ ਹੀ ਨਹੀਂ ਕਰ ਪਾਏ। ਸੋ ਉਸ ਚੀਜ਼ ਨੂੰ ਐਗਜ਼ੀਕਿਊਸ਼ਨ ਲਈ ਇਹਨਾਂ ਕੋਲ ਡੈਸਪਰੇਸ਼ਨ ਸੀ ਔਰ ਉਸ ਦਿਨ ਇਹ ਸੀ ਕਿ ਹਰ ਹਾਲ 'ਚ ਕਰਨਾ ਹੀ ਹੈ। ਔਰ ਲਾਰੈਂਸ ਬਿਸ਼ਨੋਈ ਨੂੰ ਇਹ ਲੱਗੇ ਕਿ ਵਾਕਿਆ ਹੀ ਅਸੀਂ ਇਹ ਕੰਮ ਕਰ ਸਕਦੇ ਹਾਂ। ਬੈਕਅਪ ਪਲਾਨ ਵੀ ਸੀਗਾ। ਤੁਸੀਂ ਕੱਲ ਇੰਟਰਵਿਊ ਕੀਤਾ ਦਿੱਲੀ ਪੁਲਿਸ ਸਪੈਸ਼ਲ ਸੀਪੀ ਦਾ, ਵੀ ਜੇ ਉੱਥੇ ਫੇਲ ਹੁੰਦੇ ਤਾਂ ਉਹਨਾਂ ਕੋਲ ਬੈਕਅਪ ਪਲਾਨ ਸੀ, ਜਿਹੜੇ ਰਿਜ਼ਰਵ ਵੈਪਨਸ ਵੀ ਫੜੇ ਗਏ ਆ। ਜੋ ਹਥਿਆਰ ਹਿਸਾਰ ਤੋਂ ਦਿੱਲੀ ਪੁਲਿਸ ਨੇ ਰਿਕਵਰ ਕੀਤੇ ਹੈ, ਉਹਨਾਂ 'ਚ ਮੰਨ ਲਓ ਗ੍ਰੇਨੇਡ ਲਾਂਚਰ ਵੀ ਹੈਗੇ ਆ। ਸੋ ਇਹਨਾਂ ਦੀ ਇਹ ਪਲੈਨਿੰਗ ਸੀਗੀ, ਕਿਉਂਕਿ ਦੇਖੋ ਦਿੱਲੀ ਦੇ ਜਿਹੜੇ ਪਹਿਲੇ 2 ਟੀਮਾਂ ਸ਼ੂਟਰਸ ਦੀਆਂ ਬੁਲਾਈਆਂ ਗਈਆਂ ਸਤੰਬਰ ਤੋਂ ਲੈ ਕੇ ਨਵੰਬਰ ਤੱਕ, ਠੀਕ ਹੈ, ਚਾਹੇ ਹਾਸ਼ਿਮ ਬਾਬਾ ਦੀ ਟੀਮ ਸੀ, ਚਾਹੇ ਜੱਗੂ ਭਗਵਾਨਪੁਰੀਆ ਨੇ ਦਿੱਤਾ ਸੀ, ਮਨਦੀਪ ਤੂਫਾਨ ਦਿੱਤਾ ਸੀ ਇਹਨਾਂ ਨੂੰ। ਇਹ ਜਿਹੜੀਆਂ ਟੀਮਾਂ ਸੀਗੀਆਂ, ਇਹਨਾਂ ਨੇ ਇਹ ਆਬਜ਼ਰਵ ਕੀਤਾ ਕਿ ਬਈ ਇਹਦਾ ਪਲਾਨ ABC ਹੋਣਾ ਚਾਹੀਦਾ ਹੈ। ਮੰਨ ਲਓ ਕਿ ਬੁਲੇਟ ਪ੍ਰੂਫ ਗੱਡੀ ਜਾ ਰਿਹਾ, ਜੈਕਟ ਪਾਈ ਹੋਈ ਹੈ, ਫਿਰ ਕਿੱਦਾਂ ਕਰਾਂਗੇ, ਕਿਹੜਾ ਵੈਪਨ ਕੰਮ ਆਏਗਾ। ਜੇ ਮੰਨ ਲਓ ਉਹ ਨਿਕਲ ਜਾਂਦਾ ਹੈ, ਫਾਇਰਿੰਗ ਦੇ ਵਿੱਚੋਂ ਨਹੀਂ ਲੱਗਦੀ ਹੈ ਗੋਲੀ, ਫਿਰ ਕੀ ਕਰਾਂਗੇ। ਔਰ ਆਖਰੀ ਇਹਨਾਂ ਦੀ ਇਹ ਵੀ ਪਲੈਨਿੰਗ ਸੀ ਕਿ ਬਈ ਅਗਰ ਕੁਝ ਨਹੀਂ ਹੋਏਗਾ ਤਾਂ ਗ੍ਰੇਨੇਡ ਹੀ ਮਾਰ ਦਾਂਗੇ। ਲੇਕਿਨ ਜਦੋਂ ਇਹਨਾਂ ਨੇ ਕਰੋਲਾ ਗੱਡੀ ਹਿੱਟ ਕੀਤੀ ਅੱਗੇ ਆ ਕੇ ਔਰ ਇਹਨਾਂ ਦੀ ਰੇਂਜ 'ਚ ਆ ਗਏ, AK-47 ਦੀ ਰੇਂਜ, ਫਸਟ ਰੇਂਜ 'ਚ ਆ ਗਏ ਸਿੱਧੂ ਮੂਸੇਵਾਲਾ, ਤਾਂ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ। ਇਹਨਾਂ ਨੂੰ ਨਠਾਣਾ, ਭਜਾਣਾ ਔਰ ਅੱਗੇ ਤੱਕ ਪਹੁੰਚਾਣਾ, ਇਹ तमाम ਚੀਜ਼ਾਂ ਅਗਰ ਦਿੱਲੀ ਪੁਲਿਸ 1-2 ਦਿਨ ਪਹਿਲਾਂ ਇਹਨਾਂ ਕਿਲਰਸ ਤੱਕ ਪਹੁੰਚ ਜਾਂਦੀ ਤੇ ਕੱਛ 'ਚ ਮਤਲਬ ਖੁਦ ਧਾਲੀਵਾਲ ਕਹਿੰਦੇ ਆ ਕਿ ਬਈ 1 ਤੋਂ ਜ਼ਿਆਦਾ ਬੰਦੇ ਫੜੇ ਜਾ ਸਕਦੇ ਸੀ, ਮਤਲਬ 2 ਸ਼ੂਟਰ ਫੜੇ ਗਏ, 2 ਹੋਰ ਫੜੇ ਜਾ ਸਕਦੇ ਸੀ। ਕਿਉਂਕਿ ਉਹ ਅੰਕਿਤ ਫੌਜੀ ਜਿਹੜਾ ਪ੍ਰਿਯਵਰਤ ਫੌਜੀ ਔਰ ਅੰਕਿਤ ਜਿਹੜੇ ਸੋਨੀਪਤ ਦੇ ਰਹਿਣ ਵਾਲੇ ਆ। ਪ੍ਰਿਯਵਰਤ ਬੜਾ ਡੈਸਪਰੇਟ ਕ੍ਰਿਮੀਨਲ ਹੈ, ਫੜ ਲਿਆ, ਹਾਲਾਂਕਿ ਸ਼ੂਟਰ ਹੈ, ਉਹ ਮੇਨ ਸ਼ੂਟਰ ਸੀ ਇਹਦੇ 'ਚ। ਸੋ ਉਹ ਬੰਦਾ ਬਿਨਾਂ ਮਾਸਕ ਤੋਂ ਘੁੰਮਣ ਲੱਗ ਗਿਆ ਉੱਥੇ ਕੱਛ 'ਚ, ਤੇ ਜਿਹੜੇ ਹੋਰ 2 ਸ਼ੂਟਰ ਸੀਗੇ ਉਹ ਡਰ ਗਏ। ਉਹਨਾਂ ਨੂੰ ਲੱਗਿਆ ਕਿ ਇਹ 4 ਦਿਨ ਬਾਅਦ ਇੰਨੀ ਕਿਲਿੰਗ ਹੋਈ ਹੈ, ਮੀਡੀਆ 'ਚ ਇੰਨਾ ਆ ਰਿਹਾ ਔਰ ਇੰਨੇ ਸੂਬਿਆਂ ਦੀ ਪੁਲਿਸ ਲੱਭ ਰਹੀ ਹੈ, ਤਾਂ ਇਹ ਬੰਦਾ ਸਾਨੂੰ ਵੀ ਫੜਵਾ ਦੇਗਾ। ਸੋ ਉਹ 5 ਜਣੇ ਸੀ ਉੱਥੇ, ਲੇਕਿਨ ਉਹ 3 ਤਾਂ ਫੜੇ ਗਏ ਕਿ 2 ਜਿਹੜੇ ਹਾਂ ਉਹ 1-2 ਦਿਨ ਪਹਿਲਾਂ ਹੀ ਨਿਕਲ ਗਏ ਸੀ, ਉਹਨਾਂ ਨੇ ਆਪਣਾ ਅੱਡਾ ਬਦਲ ਲਿਆ ਸੀ। ਉਹ ਪ੍ਰਿਯਵਰਤ ਔਰ ਅੰਕਿਤ ਨੂੰ ਛੱਡ ਕੇ ਦੂਜੀ ਜਗ੍ਹਾ ਚਲੇ ਗਏ। ਤੁਸੀਂ ਕੱਲ ਡਿਟੇਲ ਇੰਟਰਵਿਊ ਕੀਤਾ ਸਪੈਸ਼ਲ ਸੀਪੀ ਦਾ ਔਰ ਉਹਨਾਂ ਨੇ ਵੀ ਕੁਝ ਰੈਲੀਵੇਸ਼ਨਸ ਦਿੱਤੀਆਂ, ਲੇਕਿਨ ਇਹ ਜਿਹੜੀ ਇਨਵੈਸਟੀਗੇਸ਼ਨ ਤੁਸੀਂ ਕੀਤੀ ਹੈ ਇਹ ਬੜੀ ਡੈਪਥ ਦੇ ਵਿੱਚ ਹੈ। ਕਿਸੇ ਨੇ ਵੀ ਅੱਜ ਤੱਕ ਕਲੈਰਿਟੀ ਨਹੀਂ ਕੀਤੀ ਮੋਟਿਵ, ਪਲੈਨਿੰਗ ਔਰ ਐਗਜ਼ੀਕਿਊਸ਼ਨ ਲੈ ਕੇ ਕਿਸ ਤਰ੍ਹਾਂ। ਲੇਕਿਨ ਇੱਕ ਗੱਲ ਬਾਰ-ਬਾਰ ਤੁਸੀਂ ਵੀ ਪੁੱਛੀ ਔਰ ਬਾਰ-ਬਾਰ ਉਹਨਾਂ ਨੇ ਉੱਥੇ ਡਿਨਾਈ ਵੀ ਕੀਤਾ, ਟਾਈਟ ਲਿਪਡ ਰਹੇ। ਮੋਬਾਈਲ ਯੂਜ਼ੇਜ ਨੂੰ ਲੈ ਕੇ ਉਹ ਬਹੁਤ ਰਿਲੈਕਟੈਂਟ ਸੀ, ਮੰਨ ਨਹੀਂ ਰਹੇ ਸੀ ਕਿ ਮੋਬਾਈਲ ਯੂਜ਼ ਹੁੰਦਾ। ਲੇਕਿਨ ਇਸ ਇਨਵੈਸਟੀਗੇਸ਼ਨ 'ਚ ਕੈਟੇਗੋਰੀਕਲੀ ਕਲੀਅਰ ਹੈ ਕਿ ਮੋਬਾਈਲ ਯੂਜ਼ੇਜ ਹੁੰਦਾ, ਕਾਨਫਰੰਸ ਕਾਲਸ ਲੱਗਦੀਆਂ, ਇੰਟਰਨੈਟ ਕਾਲਸ ਲੱਗਦੀਆਂ ਔਰ ਲੋਕਲ ਕਾਲਸ ਇੰਟਰਨੈਸ਼ਨਲੀ ਕਨੈਕਟ ਹੁੰਦੀਆਂ। ਇਹ ਕੀ ਰੀਜ਼ਨ ਕੀ ਹੈ ਡਿਨਾਈਲ ਦਾ ਦਿੱਲੀ ਪੁਲਿਸ? 25 ਸਾਲ ਦਾ ਸਾਡਾ ਵੀ ਜਰਨਲਿਜ਼ਮ ਦਾ ਤਜਰਬਾ ਹੈ, ਚਾਹੇ ਪੁਲਿਸ ਅਫਸਰ ਕਿੰਨਾ ਵੀ ਕਹਿੰਦੇ ਰਹਿਣ, ਸਾਨੂੰ ਵੀ ਪਤਾ ਹੁੰਦਾ ਹੈ ਇੰਨਾ ਕੁ, ਅਸੀਂ ਵੀ ਇੰਨਾ ਕੁ ਜਰਨਲਿਜ਼ਮ ਕਰ ਲਿਆ ਹੈ ਕਿ ਮੈਂ ਕੱਲ ਵੀ ਉਸ ਆਫੀਸਰ ਨੂੰ ਇਹ ਬਾਰ-ਬਾਰ ਕਹਿ ਰਿਹਾ ਸੀ ਕਿ ਤੁਸੀਂ ਮੰਨੋ ਨਾ ਮੰਨੋ, ਲੇਕਿਨ ਬਿਨਾਂ ਟੈਲੀਫੋਨ ਤੋਂ, ਜੇਲ੍ਹ ਚੋਂ ਇਸਤੇਮਾਲ ਕੀਤੇ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਇਹ ਕੋਈ ਕਿਸੇ ਨੂੰ ਗਿਫਟ ਡਿਲੀਵਰ ਕਰਨ ਵਾਲਾ ਨਹੀਂ ਹੈ ਕਿ ਇੱਕ ਮੈਸੇਜ ਲਾਤਾ ਔਰ ਉਹ ਬੰਦਾ ਕਿਸੇ ਦੇ ਘਰ ਜਾ ਕੇ ਗੁਲਦਸਤੇ ਡਿਲੀਵਰ ਕਰਾਇਆ। ਇਹ ਉਸ ਟਾਈਪ ਦਾ ਨਹੀਂ ਹੈ। ਇੰਨੀ ਵੱਡੀ ਪਲੈਨਿੰਗ ਬਿਨਾਂ ਫੋਨ ਤੋਂ, ਬਿਨਾਂ ਟੈਕਨੋਲੋਜੀ ਤੋਂ ਹੋ ਨਹੀਂ ਸਕਦੀ। ਉਹਨਾਂ ਨੂੰ ਚੇਨ ਅਪ ਹੀ ਨਹੀਂ ਕਰ ਸਕਦਾ ਬੰਦਾ। ਔਰ ਜਿਹੜਾ ਬੰਦਾ ਇੰਨਾ ਡੈਸਪਰੇਟ ਹੈ ਕਿ ਉਹ ਹਰ ਹਾਲ 'ਚ ਕਹਿੰਦਾ ਹੈ ਕਿ ਸਿੰਗਰ ਨੂੰ ਮਾਰਨਾ ਹੀ ਮਾਰਨਾ ਹੈ, ਉਹ ਬੰਦਾ ਕਿਵੇਂ ਮਤਲਬ ਬਿਨਾਂ ਫੋਨ ਤੋਂ ਅੰਦਰ ਬੈਠ ਕੇ ਇੰਨੀ ਡੈਸਪਰੇਸ਼ਨ ਸ਼ੋ ਕਰ ਸਕਦਾ ਹੈ? ਡੈਸਪਰੇਸ਼ਨ ਕਿਉਂ ਸੀ? ਕਿਉਂਕਿ ਕਨੈਕਟੀਵਿਟੀ ਸੀਗੀ, ਬਾਹਰ ਗੁਰਗੇ ਸੀਗੇ, ਅੰਦਰ ਕਨੈਕਟੀਵਿਟੀ ਸੀਗੀ ਔਰ ਇਹ ਪਤਾ ਸੀਗਾ ਕਿ ਬਦਲਾ ਲੈਣਾ ਹੀ ਲੈਣਾ ਹੈ। ਸੋ ਮੈਂ 2 ਚੀਜ਼ਾਂ ਤੋਂ ਬੜਾ ਕਨਵਿੰਸ ਸੀ ਕਿ ਨੰਬਰ 1 ਮੂਸੇਵਾਲਾ ਮਰਡਰ ਕੇਸ ਦਾ ਕਨੈਕਸ਼ਨ ਵਿੱਕੀ ਮਿੱਡੂ ਖੇੜਾ ਮਰਡਰ ਕੇਸ ਨਾਲ ਹੈ। ਨੰਬਰ 2 ਤਿਹਾੜ 'ਚ ਬਿਨਾਂ ਫੋਨ ਤੋਂ ਲਾਰੈਂਸ ਬਿਸ਼ਨੋਈ ਇਸ ਇੰਨੀ ਵੱਡੀ ਵਾਰਦਾਤ ਨੂੰ ਇੰਜਾਮ ਨਹੀਂ ਦੇ ਸਕਦਾ ਸੀਗਾ। ਸੋ ਇਹ ਦੋਨੋਂ ਗੱਲਾਂ ਸਾਡੀ ਜਾਂਚ, ਜਿਹਨੇ ਜਾਂਚ ਕੀਤੀ ਉਹਨਾਂ ਅਫਸਰਾਂ ਨਾਲ ਗੱਲਬਾਤ ਕਰਕੇ,
ਦਿੱਲੀ ਪੁਲਿਸ ਦੇ ਅਫਸਰਾਂ ਨਾਲ ਗੱਲ ਕਰਕੇ ਮੈਂ ਇਹ ਕਨਕਲੂਜਨ ਤੇ ਪਹੁੰਚਿਆ ਔਰ ਇਸ ਗੱਲ ਦੇ ਆਥੈਂਟਿਕ ਮੇਰੇ ਕੋਲ ਐਵੀਡੈਂਸ ਵੀ ਹੈ ਕਿ ਤਿਹਾੜ ਜੇਲ੍ਹ 'ਚ ਫੋਨ ਚੱਲ ਰਹੇ ਸੀ, ਪੰਜਾਬ ਦੀ ਜੇਲ੍ਹ 'ਚ ਵੀ ਫੋਨ ਚੱਲ ਰਿਹਾ ਸੀ, ਰਾਜਸਥਾਨ ਦੀ ਜੇਲ੍ਹ 'ਚ ਵੀ ਫੋਨ ਚੱਲ ਰਿਹਾ ਸੀ। ਫਾਈਨਲੀ ਸਰ ਮਤਲਬ ਪੂਰੀ ਇਨਵੈਸਟੀਗੇਸ਼ਨ ਤੁਸੀਂ ਕੀਤੀ ਹੈ, ਲੇਕਿਨ ਹੁਣ ਜੇਲ੍ਸ ਦੇ ਵਿੱਚ ਜਿਹੜੇ ਮੋਬਾਈਲਸ ਨੇ, ਚਾਹੇ ਦਿਹਾੜ ਹੈ ਚਾਹੇ ਪੰਜਾਬ ਹੈ, ਇੱਕ ਬਰੀਡਿੰਗ ਗਰਾਊਂਡ ਮੰਨੀ ਜਾ ਰਹੀ ਹੈ ਕ੍ਰਿਮੀਨਲਸ ਵਾਸਤੇ। ਵੇ ਅਹੈਡ ਕੀ ਹੈ ਪੁਲਿਸ ਵਾਸਤੇ, ਕਿਸੇ ਵੀ ਸੂਬੇ ਦਾ ਹੋਵੇ, ਕਿ ਗੈਂਗਸਟਰਸ ਨੂੰ ਕਿੱਦਾਂ ਤੁਸੀਂ ਨਕੇਲ ਪਾ ਸਕਦੇ ਹੋ। ਜੇਲ੍ਸ ਦੇ ਵਿੱਚ ਇਹ ਸਾਰੀ ਕਨੈਕਟੀਵਿਟੀ ਨੂੰ ਖਤਮ ਕਰਨਾ ਕਿੰਨਾ ਕੁ ਡਾਂਟਿੰਗ ਟਾਸਕ ਹੈ, ਕਿੰਨਾ ਕੁ ਮੁਸ਼ਕਲ ਹੈ ਸਿਸਟਮ ਵਾਸਤੇ? ਦੇਖੋ, ਬਲੈਕ ਸ਼ੀਪਸ ਹਰ ਜਗ੍ਹਾ ਹੁੰਦੀਆਂ। ਗੈਂਗਸਟਰ ਅਗਰ ਪੁਲਿਸ ਚਾਹੇ ਤੇ ਇਹ ਹਰਕਤਾਂ ਬੰਦ ਕਰ ਸਕਦੇ ਹਨ, ਜੇਲ੍ਹ ਐਡਮਿਨਿਸਟ੍ਰੇਸ਼ਨ ਚਾਹੇ ਤਾਂ ਇਹ ਹਰਕਤਾਂ ਬੰਦ ਹੋ ਸਕਦੀਆਂ। ਇੱਕ ਦੋ ਵਾਰੀ ਤਿੰਨ ਵਾਰੀ ਹੋ ਸਕਦਾ ਹੈ ਕਿ ਕੋਈ ਚੀਜ਼ ਨਾ ਪਤਾ ਲੱਗੇ। ਕੋਈ ਬੰਦਾ ਸਤੰਬਰ ਤੋਂ ਲੈ ਕੇ ਵਿੱਚ ਸਿਰਫ 2 ਮਹੀਨੇ ਲਈ ਜਦੋਂ ਤਿਹਾੜ ਜੇਲ੍ਹ 'ਚ ਲਾਰੈਂਸ ਬਿਸ਼ਨੋਈ ਜੇਲ੍ਹ ਨੰਬਰ 3 'ਚ ਰਿਹਾ, ਨਹੀਂ ਫੋਨ ਚੱਲਿਆ ਤੇ ਉਹ ਗੱਲ ਐਸਟੈਬਲਿਸ਼ ਹੋ ਰਹੀ ਹੈ ਨਾ ਕਿ ਨਹੀਂ ਫੋਨ ਚੱਲਿਆ। ਜੇ ਬਾਕੀ ਜਗ੍ਹਾ ਚੱਲਿਆ ਤੇ ਉਹ ਐਸਟੈਬਲਿਸ਼ ਹੋ ਰਹੀ ਹੈ ਚੱਲਿਆ। ਮੈਂ ਤੇ ਸਿੰਪਲ ਇੱਕ ਗੱਲ ਕਹਿ ਰਿਹਾ ਕਿ ਮੈਨੂੰ ਤੁਸੀਂ ਦੱਸੋ ਨਾ ਦੱਸੋ, ਲੇਕਿਨ ਇੰਨੀ ਗੱਲ ਪੁਲਿਸ ਨੂੰ ਵੀ ਸਮਝ ਆ ਜਾਂਦੀ ਹੈ ਕਿ ਜੇਲ੍ਹਾਂ 'ਚ ਰਹਿ ਰਹੇ ਕ੍ਰਿਮੀਨਲ ਕੋਈ ਵੀ ਵੱਡੀ ਕਿਲਿੰਗ ਬਿਨਾਂ ਕਨੈਕਟੀਵਿਟੀ ਤੋਂ ਨਹੀਂ ਕਰਾ ਸਕਦੇ। ਠੀਕ ਹੈ, ਹੁਣ ਪੁਲਿਸ ਇਹ ਗੱਲ ਕਿਉਂ ਛੁਪਾਉਂਦੀ ਹੈ, ਇਸ ਗੱਲ ਦਾ ਜਵਾਬ ਪੁਲਿਸ ਦੇਵੇ। ਔਰ ਦੂਸਰੀ ਸਾਫ਼ ਗੱਲ ਹੈ, ਜਿਹੜੇ ਵੀ ਕ੍ਰਿਮੀਨਲ ਜਿਸ ਸੂਬੇ ਦੀਆਂ ਜੇਲ੍ਹਾਂ ਦੇ ਹੁੰਦੇ ਆ ਉਹਨਾਂ ਨੂੰ ਉੱਥੇ ਹੀ ਰੱਖਿਆ ਜਾਵੇ। ਇਹ ਨਹੀਂ ਕਿ ਕੋਈ ਸੀਰੀਅਸ ਸੈਕਸ਼ਨਸ ਲਗਾ ਕੇ ਇਹਨਾਂ ਨੂੰ ਇੰਨੀ ਦੂਰ ਦੀਆਂ ਜੇਲ੍ਹਾਂ 'ਚ ਰੱਖ ਦਿੱਤਾ ਜਾਵੇ ਕਿ ਆਪਣਾ ਧੰਦਾ ਪਹਿਲੀਆਂ ਜੇਲ੍ਹਾਂ ਚਲਾਉਂਦੇ ਰਹਿਣ। ਇਹ ਕ੍ਰਿਮੀਨਲ ਇੰਨੇ ਸ਼ਾਤਿਰ ਹੈ, ਗੈਂਗਸਟਰ ਇੰਨੇ ਸ਼ਾਤਿਰ ਹੈ, ਇਹ ਕੀ ਕਰਦੇ ਆ, ਦੋ ਗੈਂਗਸਟਰ ਦੂਜੀ ਸਟੇਟ ਦੇ ਜਾਂ 2 ਸ਼ੂਟਰ ਫੜਾ ਦੇਣਗੇ ਕਿਸੇ ਕੇਸ 'ਚ ਪੁਲਿਸ ਨੂੰ, ਕਿਸੇ ਵੀ ਇੱਕ ਸਟੇਟ ਦੀ ਪੁਲਿਸ ਨੂੰ, ਔਰ ਬਸ ਪੁਲਿਸ ਨਾਲ ਇਹਨਾਂ ਦਾ ਤਾਲੁਕ ਹੋ ਜਾਂਦਾ ਵੀ ਇਹ ਵਧੀਆ ਬੰਦਾ, ਇਹਨਾਂ ਦਾ ਫਲਾਣੇ ਸ਼ੂਟਰ ਪਕੜਵਾਤੇ ਸੀ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹੀ ਸ਼ੂਟਰ ਕਿਸੇ ਹੋਰ ਨੂੰ ਇਸਤੇਮਾਲ ਕਰਕੇ ਇੱਕ ਹੋਰ ਕਿਲਿੰਗ ਕਰਾਏਗਾ। ਸੋ ਮੈਨੂੰ ਇਹ ਲੱਗਦਾ ਹੈ ਕਿ ਜੇਲ੍ਸ ਨੂੰ ਔਰ ਜਿਹੜੇ ਕੁਝ ਪੁਲਿਸ ਅਫਸਰ ਆਪਣਾ ਪ੍ਰੋਫੈਸ਼ਨਲਿਜ਼ਮ ਛੱਡ ਕੇ ਇਸ ਤਰ੍ਹਾਂ ਦੇ ਲੋਕਾਂ ਨੂੰ ਆਪਣਾ ਸੋਰਸ ਜਾਂ ਆਪਣਾ ਕੇਸ ਸੋਲਵ ਕਰਨ ਦਾ ਜ਼ਰੀਆ ਬਣਾ ਲੈਂਦੇ ਹੈ ਜਾਂ ਦੂਜੇ ਗੈਂਗਸਟਰ ਨੂੰ ਫੜਨ ਦਾ ਜ਼ਰੀਆ ਬਣਾ ਲੈਂਦੇ ਹੈ, ਉਸ ਤਰ੍ਹਾਂ ਦੀ ਪ੍ਰੈਕਟਿਸ ਬੰਦ ਹੋਣੀ ਚਾਹੀਦੀ ਹੈ। ਕਿਉਂਕਿ ਇਹਨਾਂ ਦੀਆਂ ਹਰਕਤਾਂ ਇਹ ਇੰਨੇ ਕੁ ਪੁਲਿਸ ਕਸਟਡੀ 'ਚ ਰਹਿ ਲੈਂਦੇ ਆ। ਲਾਰੈਂਸ ਬਿਸ਼ਨੋਈ ਕਿਹੜੀ ਪੁਲਿਸ ਨੂੰ ਰਿਮਾਂਡ ਤੇ ਨਹੀਂ ਰੱਖਿਆ? ਮਤਲਬ ਮੈਨੂੰ ਲੱਗਦਾ 1 ਦਰਜਨ ਤੋਂ ਜ਼ਿਆਦਾ ਸੂਬਿਆਂ ਦੀ ਪੁਲਿਸ ਕੋਲ ਤੇ ਇਸ ਤੋਂ ਜ਼ਿਆਦਾ ਜੇਲ੍ਹਾਂ 'ਚ ਹੋਇਆ ਹੈ ਹੋਣਾ। ਇਹ ਲੋਕ ਪ੍ਰੋਫੈਸ਼ਨਲ ਹੋ ਜਾਂਦੇ ਆ, ਇਹਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਇਨਫੋਰਮੇਸ਼ਨ ਪੁੱਛ ਰਹੇ ਆ ਇਹਨਾਂ ਨੂੰ ਫਟਾਫਟ ਦੱਸੋ, ਗੱਲ ਖਤਮ। ਕਿਉਂਕਿ ਇਹਨਾਂ ਦਾ ਕੀ ਚਾਹੁੰਦਾ ਹੈ, ਇਹ ਤਾਂ ਜੇਲ੍ਹ 'ਚ ਰਹਿ ਕੇ ਖੁਸ਼ ਹੈ, ਬਸ ਦੂਜੇ ਸੂਬੇ ਦੀ ਜੇਲ੍ਹ 'ਚ ਹੋਣ ਤਾਂ ਕਿ ਉੱਥੋਂ ਇਹਨਾਂ ਦਾ ਆਪਰੇਸ਼ਨ ਠੀਕ ਚੱਲਦਾ ਰਹੇ। ਜਿਹੜੇ ਬਾਕੀ ਉੱਥੇ ਗੈਂਗਸਟਰ ਅੰਦਰ ਬੰਦ ਹੈ ਉਹਨਾਂ ਦੇ ਗੁਰਗਿਆਂ ਨੂੰ ਆਪਣੇ ਗੁਰਗਿਆਂ ਦੇ ਨਾਲ ਮਰਜ ਕਰਕੇ ਗੈਂਗਵਾਰ ਹੋਵੇ, ਫਿਰੌਤੀ ਹੋਵੇ, ਕਿਡਨੈਪਿੰਗ ਹੋਵੇ, ਕਿਲਿੰਗ ਹੋਵੇ, ਸਭ ਕਰਵਾਉਂਦੇ ਰਹਿੰਦੇ ਆ। ਸੋ ਪੁਲਿਸ ਔਰ ਜੇਲ੍ਹ ਐਡਮਿਨਿਸਟ੍ਰੇਸ਼ਨ ਨੂੰ ਜਾਗਣ ਦੀ ਲੋੜ ਹੈ ਇਸ ਕੇਸ ਤੋਂ ਬਾਅਦ। ਸੋ ਤੁਸੀਂ ਦੇਖਿਆ ABP ਸਾਂਝਾ ਐਡੀਟਰ ਮਿਸਟਰ ਜੋਗਿੰਦਰ ਪਟਿਆਲ ਜਿਹੜੀ ਪੂਰੀ ਡਿਟੇਲਡ ਇੱਕ ਇਨਵੈਸਟੀਗੇਸ਼ਨ ਕੀਤੀ ਕਿ ਕਿਸ ਤਰ੍ਹਾਂ ਇੱਕ ਜਿਹੜੀ ਬ੍ਰੇਜ਼ਨ ਕਿਲਿੰਗ ਹੋਈ ਸੀ ਸਿੱਧੂ ਮੂਸੇਵਾਲੇ ਦੀ, ਕਿਸ ਤਰ੍ਹਾਂ ਦੀ ਪਲੈਨਿੰਗ ਹੋਈ, ਐਗਜ਼ੀਕਿਊਸ਼ਨ ਹੋਈ ਔਰ ਮੋਟਿਵ ਦੀ ਕਲੈਰਿਟੀ ਆਈ ਔਰ ਕੀ ਰੀਜ਼ਨ ਸੀਗਾ ਵੀ ਇਹ ਮੂਸੇਵਾਲਾ ਦੀ ਕਿਲਿੰਗ ਹੋਈ। ਇਸ ਕੇਸ ਦੇ ਵਿੱਚ ਇੰਨੀ ਇਨਵੈਸਟੀਗੇਸ਼ਨ ਡਿਟੇਲਡ ਨਾ ਅੱਜ ਤੱਕ ਹੋਈ ਔਰ ਤੁਸੀਂ ਦੇਖਿਆ ਕਿ ਕੱਲੀ ਲਿੰਕ ਜਿਹੜੇ ਡਾਟਸ ਹੈ ਉਹ ਜੁਆਇਨ ਕੀਤੇ ABP ਸਾਂਝਾ ਨੇ ਔਰ ਕਿਸ ਤਰ੍ਹਾਂ ਜੇਲਸ ਬਰੀਡਿੰਗ ਗਰਾਊਂਡ ਬਣੀਆਂ, ਸੋਫਿਸਟੀਕੇਟਡ ਵੈਪਨਸ ਕਿੱਥੋਂ ਆਏ, AK-47 ਕਿੱਥੋਂ ਆਈ, ਕਿੰਨੇ ਦੀ ਆਈ ਔਰ ਕਿਹਦੇ ਕੋਲੋਂ ਪ੍ਰੋਕਿਉਰ ਕੀਤੀ, ਇੱਥੇ ਤੱਕ ਦੱਸਿਆ ਗਿਆ। ਇਸ ਕੇਸ ਦੇ ਵਿੱਚ ਜਿਹੜੀਆਂ ਵੀ ਵੱਡੀਆਂ ਡਿਵੈਲਪਮੈਂਟਸ ਹੋਣਗੀਆਂ ABP ਸਾਂਝਾ ਤੁਹਾਨੂੰ ਸਭ ਤੋਂ ਪਹਿਲੇ ਦਿਖਾਏਗਾ।